ਆਮੋ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰ ਪਾਰਸ ਪਰਸੈ, ਕੰਚਨ ਕਰੈ ਮਨੂਰ ਮਲੀਨਾ। ਸਤਿਗੁਰ ਬਾਵਨ ਚੰਦਨੋ, ਵਾਸ ਸੁਵਾਸ ਕਰੈ ਲਾਖੀਨਾ। ਸਤਿਗੁਰ ਪੂਰਾ ਪਾਰ ਜਾਤ, ਸਿਮਲ ਸਫਲ ਕਰੈ ਸੰਗ ਲੀਨਾ। ਮਾਨ ਸਰੋਵਰ ਸਤਿਗੁਰੂ, ਕਾਗੋ ਹੰਸ ਜਲੋ ਦੁੱਧ ਪੀਨਾ। ਗੁਰ ਤੀਰਥ ਦਰਿਆਓ ਹੈ, ਪਸੂ ਪ੍ਰੇਤ ਕਰੈ ਪਰਬੀਨਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓੜੀਨਾ। ਗੁਰਮੁਖ ਮਨ ਅਪ ਤੇਜ ਪਤੀਨਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓੜੀਨਾ। ਗੁਰਮੁਖ ਮਨ ਅਪ ਤੀਜ ਪਤੀਨਾ। ਸੁਕਾ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਤੀਜਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਗੁਰ ਕੈ ਸ਼ਬਦ ਭਰੇ ਭੰਡਾਰਾ। ਨਾਮ ਧਨ ਬਿਨ ਹੋਰ ਸਭ ਬਿਖ ਜਾਣਾ। ਮਾਇਆ ਮੋਹ ਜਲੈ ਅਭਿਮਾਨ। ਗੁਰਮੁਖ ਹਰ ਰਸ ਚਾਖੈ ਕੋਇ। ਤਿਸ ਸਦਾ ਆਨੰਦ ਹੋਵੇ ਦਿਨ ਰਾਤੀ। ਪੂਰਾ ਭਾਗ ਪ੍ਰਾਪਤ ਹੋਏ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਜੁਗੋ ਜੁਗ ਅਟਲ। ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਸਾਨੂੰ ਬਖਸ਼ੇ। ਇਸ ਦੇ ਨਾਲ ਨਾਲ ਗੁਰਮੁਖੋ ਅੱਜ ਸਾਨੂੰ ਬੰਦੀ ਛੋੜ ਜੋ ਦਿਵਸ ਹੈ,
ਜਿਸ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀਆਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜੇ ਅਤੇ ਉਹਨਾਂ ਤੋਂ ਬਿਨਾਂ ਹੋਰ ਕਈ ਲੋਕਾਂ ਨੂੰ ਕਿਲ੍ਹੇ ਵਿੱਚੋਂ ਆਜ਼ਾਦ ਕਰਵਾਇਆ, ਜੀਵਨ ਦਾ ਦਾਨ ਬਖਸ਼ਿਸ਼ ਕੀਤਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਸਾਰਾ ਕੌਤਕ ਕਰਕੇ ਅੱਜ ਦੇ ਦਿਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਪਹੁੰਚੇ ਸਨ। ਸੰਗਤਾਂ ਨੇ ਮਹਾਰਾਜ ਸਾਹਿਬ ਜੀਆਂ ਦੇ ਆਉਣ ਦੀ ਖੁਸ਼ੀ ਵਿੱਚ ਇਹ ਜੋ ਦਿਨ ਹੈ ਜਿਹੜਾ ਅੱਜ ਆਪਾਂ ਮਨਾਉਣ ਜਾ ਰਹੇ ਹਾਂ, ਇਸ ਦਿਨ ਨੂੰ ਮਨਾਇਆ ਹੈ। ਮਹਾਰਾਜ ਜੀਆਂ ਦੇ ਬੰਦੀ ਛੋੜ ਦਿਵਸ ਦੀਆਂ ਵੀ ਆਪਾਂ ਵਿਚਾਰਾਂ ਸਰਵਣ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ ਸਤਿਗੁਰੂ ਜੀ ਸਾਨੂੰ ਲੜੀਵਾਰ ਕਥਾ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਸ਼ਬਦ ਦਰ ਸ਼ਬਦ, ਉਹ ਆਪਾਂ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਤੀਜਾ। ਤਨਾਸਰੀ ਰਾਗ ਦਾ ਇਹ ਸ਼ਬਦ ਹੈ, ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। 664 ਦੇ 64 ਅੰਗ ਦੇ ਉੱਪਰ ਇਹ ਸ਼ਬਦ, ਪਹਿਲਾ ਸ਼ਬਦ 664 ਅੰਗ ਦਾ ਮਹਾਰਾਜ ਇੱਥੇ ਬਖਸ਼ਦੇ ਹਨ। ਹਰ ਨਾਮ ਧਨ ਨਿਰਮਲ ਅਤਿ ਅਪਾਰਾ। ਜਿਹੜਾ ਅਪਾਰ ਪਰਮਾਤਮਾ ਹੈ ਨਾ, ਕਿਉਂਕਿ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਹੈ। ਅੰਤ ਨਾ ਸਿਫਤੀ ਕਹਿਨ ਨਾ ਅੰਤ, ਐਸਾ ਉਹ ਪਰਮਾਤਮਾ ਹੈ। ਨਾ ਉਹਦਾ ਕਹਿ ਕੇ ਅੰਤ ਪਾਇਆ ਜਾਣਾ, ਨਾ ਸਿਫਤ ਕਰਕੇ ਪਾਇਆ ਜਾਣਾ। ਬਹੁਤਾ ਕਹੀਏ ਪਰਮਾਤਮਾ ਨੂੰ, ਜਿੰਨਾ ਕੋਈ ਬਹੁਤਾ ਕਹਿੰਦਾ ਨਾ ਪਰਮਾਤਮਾ ਇੰਨਾ ਵੱਡਾ ਇੰਨਾ ਵੱਡਾ ਇੰਨਾ ਵੱਡਾ, ਬਹੁਤਾ ਹੋਏ ਉਹ ਉਸ ਤੋਂ ਵੀ ਕਿਤੇ ਬਹੁਤਾ ਹੈ, ਬਹੁਤਾ ਹੀ ਕਿਤੇ ਅੱਗੇ ਹੈ, ਅੰਤ ਕੋਈ ਨਹੀਂ ਹੈ। ਇਸ ਕਰਕੇ ਉਸ ਨੂੰ ਲਿਖਿਆ ਅਪਾਰ, ਜਿਹਦਾ ਪਾਰਾਵਾਰ ਕੋਈ ਨਾ ਹੋਵੇ। ਅਤੇ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਉਸ ਪਰਮਾਤਮਾ ਦਾ ਜਿਹੜਾ ਗੁਰਮੁਖੋ ਨਾਮ ਹੈ ਨਾ, ਹਰ ਨਾਮ ਪਰਮਾਤਮਾ ਦਾ ਨਾਮ ਨਿਰਮਲ ਅਤ, ਬਹੁਤਾ ਹੀ ਉਜਲ ਹੈ ਉਸ ਪਰਮਾਤਮਾ ਦਾ ਨਾਮ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਨਾਮ ਧਨ ਜਿਹੜਾ ਹੈ ਨਾ, ਉਹ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ। ਹਰ ਨਾਮ ਧਨ ਨਿਰਮਲ ਅਤ ਅਪਾਰਾ, ਜਿਹੜਾ ਪਾਰਾਵਾਰ ਤੋਂ ਰਹਿਤ ਪਰਮਾਤਮਾ, ਉਸ ਪਰਮਾਤਮਾ ਹਰੀ ਦਾ ਜੋ ਨਾਮ ਧਨ ਹੈ ਨਾ ਗੁਰਮੁਖੋ, ਅਤ ਦਾ ਨਿਰਮਲ ਹੈ। ਮੈਲੇ ਤੋਂ ਮੈਲੇ, ਪਾਪੀ ਤੋਂ ਪਾਪੀ ਬੰਦੇ ਦਾ ਵੀ ਮੈਲ ਚੁੱਕ ਦਿੰਦਾ, ਖਤਮ ਕਰ ਦਿੰਦਾ ਹੈ। ਕਿਸੇ ਦਾ ਮਨ ਮੈਲਾ ਹੈ, ਕਿਸੇ ਦਾ ਤਨ ਮੈਲਾ ਕੁਰੈਤਾਂ ਕਰਕੇ ਹੋਇਆ, ਪਰ ਪਰਮਾਤਮਾ ਦਾ ਨਾਮ ਮਨ ਨੂੰ ਵੀ ਉਜਲ ਕਰ ਦਿੰਦਾ, ਤਨ ਨੂੰ ਵੀ ਉਜਲ ਕਰ ਦਿੰਦਾ। ਜੀਓ ਨਿਰਮਲ ਬਾਹਰੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਜਿਨ੍ਹਾਂ ਨੇ ਗੁਰੂ ਕੋਲੋਂ ਕਰਨੀ ਕਮਾਈ ਸਿੱਖੀ ਹੈ ਨਾ, ਗੁਰੂ ਕੋਲੋਂ ਉਪਦੇਸ਼ ਲੈ ਕੇ ਕਮਾਇਆ, ਉਹ ਫਿਰ ਗੁਰਮੁਖ ਅੰਦਰੋਂ ਵੀ ਨਿਰਮਲ ਉਜਲੇ ਹੋ ਗਏ, ਬਾਹਰੋਂ ਵੀ। ਅੰਦਰਲੀ ਮੈਲ ਵੀ ਉਤਰ ਗਈ, ਬਾਹਰਲੀ ਵੀ ਉਤਰ ਗਈ, ਤਨ ਦੀ ਵੀ ਉਤਰ ਗਈ ਮੈਲ, ਮਨ ਦੀ ਵੀ ਉਤਰ ਗਈ। ਪਰ ਉਤਰੀ ਕਿਵੇਂ ਹੈ? ਪਰਮਾਤਮਾ ਦੇ ਨਾਮ ਧਨ ਦੇ ਨਾਲ, ਕਿਉਂਕਿ ਨਾਮ ਹੈ ਹੀ ਇਹੋ ਜਿਹਾ ਪਵਿੱਤਰ, ਇੰਨਾ ਨਿਰਮਲ ਹੈ ਕਿ ਮੈਲਾਂ ਨੂੰ ਲਾਹ ਕੇ ਵੀ ਨਾਮ ਨਹੀਂ ਕਦੇ ਮੈਲਾ ਹੁੰਦਾ। ਨਾਮ ਨਾ ਮੈਲਾ ਹੋਏ, ਬਾਣੀ ਦਾ ਬਚਨ ਵੀ ਹੈ। ਸਾਬਣ ਦੇ ਨਾਲ ਅਸੀਂ ਕੱਪੜਾ ਧੋਂਦੇ ਹਾਂ, ਸਾਬਣ ਦੇ ਨਾਲ ਕੱਪੜਾ ਧੋਤਾ, ਕੱਪੜੇ ਨੂੰ ਕਾਲਖ ਲੱਗੀ ਹੈ ਨਾ, ਤੇ ਸਾਬਣ ਵੀ ਕਾਲਾ ਹੋ ਜਾਂਦਾ। ਅਸੀਂ ਬਰਤਨ ਸਾਫ਼ ਕਰਦੇ, ਬਰਤਨ ਬਹੁਤਾ ਕਾਲਾ, ਕਾਲਖ ਲੱਗੀ ਹੈ ਤੇ ਉਹ ਸਾਬਣ ਦੀ ਟਿੱਕੀ ਵੀ ਕਾਲੀ ਹੋ ਜਾਂਦੀ, ਪਾਣੀ ਕਾਲਾ ਹੋ ਜਾਂਦਾ। ਪਰ ਪਰਮਾਤਮਾ ਦਾ ਨਾਮ ਗੁਰਮੁਖੋ ਇਹ ਨਹੀਂ ਕਾਲਾ ਹੁੰਦਾ। ਪਾਪੀ ਵੀ ਜਪ ਲਵੇ, ਪਾਪੀ ਨੂੰ ਪਵਿੱਤਰ ਕਰ ਦੇਵੇਗਾ, ਪਰ ਨਾਮ ਨਹੀਂ ਮੈਲਾ ਹੋਵੇਗਾ, ਉਹ ਨਿਰਮਲ ਹੀ ਰਹੇਗਾ। ਤੇ ਪੁੰਨੀ ਜਪ ਲਵੇ, ਗੁਰਮੁਖ ਜਪ ਲਵੇ, ਜਿਹੜਾ ਵੀ ਜਪ ਲਵੇ। ਸਤਿਗੁਰੂ ਬਖਸ਼ਿਸ਼ ਕਰਦੇ ਹਰ ਨਾਮ ਧਨ ਨਿਰਮਲ ਅਤ ਅਪਾਰਾ, ਪਾਰਾਵਾਰ ਤੋਂ ਰਹਿਤ ਜੋ ਪਰਮੇਸ਼ਰ ਅਕਾਲ ਪੁਰਖ ਜੀ ਨੇ
ਗੁਰਮੁਖੋ ਉਹਨਾਂ ਦਾ ਨਾਮ ਧਨ ਜਿਹੜਾ ਅਤ ਦਾ ਨਿਰਮਲ ਉਜਲ ਹੈ, ਜਿਹੜਾ ਜਪਦਾ ਉਹਦਾ ਭਲਾ ਹੋ ਜਾਂਦਾ ਹੈ। ਗੁਰ ਕਾ ਸ਼ਬਦ ਭਰੇ ਭੰਡਾਰਾ। ਗੁਰੂ ਦਾ ਜੋ ਸ਼ਬਦ ਉਪਦੇਸ਼ ਹੈ ਨਾ, ਇਸ ਉਪਦੇਸ਼ ਦੇ ਜਿਹੜੇ ਭੰਡਾਰੇ ਨੇ ਗੁਰਮੁਖਾਂ ਦੇ ਅੰਤःਕਰਨ ਨੇ। ਨਾਮ ਧਨ ਦਾ ਖਜ਼ਾਨਾ ਕੀ ਹੈ? ਨਾਮ ਦਾ ਧਨ ਖੜਦਾ ਕਿੱਥੇ ਜਾ ਕੇ ਆ? ਗੁਰਮੁਖਾਂ ਦੇ ਅੰਤःਕਰਨ ਦੇ ਅੰਦਰ। ਤੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪ ਕੇ ਆਪਣੇ ਮਨ ਨੂੰ ਪਵਿੱਤਰ ਕੀਤਾ, ਕਹਿਣ ਲੱਗੇ ਗੁਰੂ ਦੇ ਸ਼ਬਦ ਦੇ, ਗੁਰੂ ਦੇ ਉਪਦੇਸ਼ ਦੇ ਉਹਨਾਂ ਦੇ ਭੰਡਾਰੇ ਹੀ ਭਰੇ ਹੋਏ ਨੇ। ਅੰਤःਕਰਨ ਉਹਨਾਂ ਦੇ ਭਰੇ ਹੋਏ ਨੇ, ਖਜ਼ਾਨੇ ਭਰੇ ਹੋਏ ਗੁਰੂ ਦੇ ਸ਼ਬਦ ਦੇ, ਗੁਰੂ ਉਪਦੇਸ਼ ਦੇ, ਗੁਰੂ ਸਿੱਖਿਆ ਦੇ। ਤੇ ਫਿਰ ਉਹ ਗੁਰਮੁਖ ਜਿਹੜੇ ਨੇ ਨਾਮ ਜਪ ਕੇ ਆਪਣੇ ਤਨ ਮਨ ਨੂੰ ਸਫਲਾ ਬਣਾਉਂਦੇ। ਐਸੀ ਉਹਨਾਂ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਨਾਮ ਧਨ ਬਿਨ ਹੋਰ ਸਭ ਵਿਖ ਜਾਣ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਆ, ਗੁਰੂ ਕਿਹਾ ਸਿੱਖਾ ਬਚਨ ਪੱਲੇ ਬੰਨ। ਹਰ ਨਾਮ ਧਨ ਬਿਨ, ਪਰਮਾਤਮਾ ਦੇ ਨਾਮ ਧਨ ਤੋਂ ਬਿਨਾ ਹੋਰ ਸਭ ਵਿਖ ਜਾਣ। ਹੋਰ ਤੋਂ ਭਾਵ ਜਿੰਨਾ ਸੰਸਾਰ ਹੈ ਨਾ, ਜਗਤ ਸਾਰਾ ਜ਼ਹਿਰ ਰੂਪੀ ਹੈ। ਤੇ ਜਗਤ ਦੇ ਵਿੱਚ ਗੁਰਮੁਖੋ ਤਮਾਮ ਸਮੱਗਰੀ ਆ ਜਾਂਦੀ ਹੈ। ਭਾਵੇਂ ਪਰਿਵਾਰ ਹੈ, ਭਾਵੇਂ ਸੰਸਾਰ ਹੈ, ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਪਦਾਰਥ ਨੇ, ਭਾਵੇਂ ਵਸਤੂਆਂ ਨੇ, ਸਾਰੀਆਂ ਉਹਦੇ ਵਿੱਚ ਆ ਜਾਂਦੀਆਂ। ਮਹਾਰਾਜ ਕਹਿਣ ਲੱਗੇ ਵੀ ਪਰਮਾਤਮਾ ਦਾ ਨਾਮ ਤੇ ਗੁਰਮੁਖੋ ਹੈ ਭਲਾ ਕਰਨ ਵਾਲਾ, ਪਰ ਨਾਮ ਤੋਂ ਬਿਨਾਂ ਹੋਰ ਵਿਖ ਸਭ ਜਾਨ। ਬਾਕੀ ਤੇ ਸਾਰਾ ਜਗਤ ਜ਼ਹਿਰ ਰੂਪੀ ਹੈ, ਮਾਰਨਾ ਹੀ ਚਾਹੁੰਦਾ ਹੈ ਤੇ ਮਰਦਾ ਹੀ ਪਿਆ ਵਿਅਕਤੀ ਇਹਦੇ ਵਿੱਚ ਆ ਕੇ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਮੁਸੀਬਤ ਹੈ, ਕਿਸੇ ਨੂੰ ਕੋਈ ਚਿੰਤਾ ਲੱਗੀ ਹੋਈ ਹੈ। ਇਸ ਸੰਸਾਰ ਦਾ ਤੇ ਪੌਣ ਪਾਣੀ ਗੁਰਮੁਖੋ ਇਸ ਤਰ੍ਹਾਂ ਦਾ ਵੀ ਜਿਹੜਾ ਸਰੀਰ ਨੂੰ ਗਾਲਦਾ ਪਿਆ, ਨਸ਼ਟ ਕਰਦਾ ਪਿਆ, ਸਰੀਰ ਵਾਸਤੇ ਵੀ ਇਹ ਜ਼ਹਿਰ ਹੁੰਦਾ ਜਾ ਰਿਹਾ। ਮਹਾਰਾਜ ਕਹਿਣ ਲੱਗੇ ਉਹ ਭਲਿਆ ਇੱਕ ਨਾਮ ਦਾ ਧਨ ਹੈ ਨਿਰਮਲ, ਜਿਹਦੀ ਤੂੰ ਕਮਾਈ ਨਹੀਂ ਕਰਦਾ। ਜਿਹੜਾ ਬਚਨ ਤੈਨੂੰ ਕਮਾਉਣ ਵਾਸਤੇ ਆਖਿਆ ਉਹ ਨਹੀਂ ਕਮਾਉਂਦਾ ਪਿਆ, ਤੇ ਨਾਮ ਧਨ ਨੂੰ ਛੱਡ ਕੇ ਹੋਰਾਂ ਪਾਸੇ ਲੱਗਾ। ਜਿਹੜੇ ਪਾਸੇ ਲੱਗਾ ਹੋਇਆ ਹੋਰ ਸਭ ਵਿਖ ਜਾਨ। ਬਾਕੀ ਤੇ ਸਾਰਾ ਜਗਤ ਜਿਹੜਾ ਜ਼ਹਿਰ ਰੂਪ, ਇਸ ਨੂੰ ਜੰਦ ਨਾ ਕਰ। ਮਾਇਆ ਮੋਹ ਜਲ ਅਭਿਮਾਨ। ਕਿਉਂਕਿ ਸਾਰਾ ਸੰਸਾਰ ਜਿਹੜਾ ਨਾ ਮਾਇਆ ਦਾ ਮੋਹਿਆ ਹੋਇਆ ਹੈ। ਤੇ ਸਾਡੇ ਮਨ ਵਿੱਚ ਵਿਚਾਰ ਗੁਰਮੁਖੋ ਇਹ ਆ ਜਾਂਦਾ ਵੀ ਮਾਇਆ ਸ਼ਾਇਦ ਜਿਹੜੇ ਸਾਡੀ ਜੇਬ ਦੇ ਵਿੱਚ ਰੁਪਈਏ ਨੇ, ਇਹਨੂੰ ਮਾਇਆ ਆਖਿਆ ਹੈ। ਮਾਇਆ ਉਸ ਵਸਤੂ ਨੂੰ ਕਿਹਾ ਜਾਂਦਾ ਜਿਸ ਵਸਤੂ ਵਿੱਚ ਪੈ ਕੇ ਪਰਮਾਤਮਾ ਭੁੱਲ ਜਾਵੇ, ਉਹ ਵਸਤੂ ਮਾਇਆ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਵੀ ਪਦਾਰਥ ਲੈ ਲਈਏ, ਭਾਵੇਂ ਕੋਈ ਰਿਸ਼ਤਾ ਲੈ ਲਈਏ ਦੁਨੀਆ ਦਾ, ਜਿਸ ਰਿਸ਼ਤੇਦਾਰੀ ਵਿੱਚ ਪੈ ਕੇ, ਜਿਸ ਸੰਬੰਧ ਵਿੱਚ ਪੈ ਕੇ, ਜਿਸ ਕੰਮ ਦੇ ਵਿੱਚ ਪਰਮਾਤਮਾ ਭੁੱਲ ਜਾਵੇ, ਉਹ ਵਸਤੂ ਮਾਇਆ ਹੈ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਕਬੀਰ ਸਾਹਿਬ ਜੀ ਕਹਿਣ ਲੱਗੇ ਮੇਰੇ ਘਰੇ ਵੀ ਕਹਿੰਦੇ ਕਮਾਲਾ ਨਾਮ ਦਾ ਪੁੱਤਰ, ਕਮਾਲਾ ਤੇ ਕਮਾਲੀ ਦੋ ਪੁੱਤਰ ਧੀਆਂ ਸਨ। ਕਬੀਰ ਸਾਹਿਬ ਦੇ ਕਹਿਣ ਲੱਗੇ ਕਮਾਲ ਨਾਮ ਦਾ ਪੁੱਤਰ, ਕਮਾਲਾ ਨਾਮ ਦਾ ਪੁੱਤਰ ਕਮਾਲ ਦਾ ਕੰਮ ਕਰਕੇ ਆਇਆ। ਕੀ ਕਰਕੇ ਆਇਆ? ਪਿਓ ਤੇ ਨਾਮ ਜਪਦਾ, ਮਾਂ ਪਿਤਾ ਤੇ ਨਾਮ ਜਪਦਾ ਹੈ, ਤੇ ਪੁੱਤਰ ਨੂੰ ਵੀ ਤੇ ਪਿਤਾ ਵਾਲਾ ਕੰਮ ਕਰਨਾ ਚਾਹੀਦਾ ਵੀ ਜੇ ਬਾਪ ਨਾਮ ਜਪਦਾ ਤੇ ਮੈਂ ਵੀ ਨਾਮ ਦਾ ਧਨ ਖਰੀਦਾਂ। ਪਰ ਮੇਰੇ ਪੁੱਤਰ ਨੇ ਕੀ ਕੀਤਾ? ਸੰਸਾਰ ਦੇ ਪਦਾਰਥ ਤੇ ਲੈ ਆਇਆ, ਪਰ ਨਾਮ ਨੂੰ ਨਹੀਂ ਲੈ ਕੇ ਆਇਆ। ਹਰ ਕਾ ਸਿਮਰਨ ਛੱਡ ਕੇ, ਰੱਬ ਦਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ, ਘਰੇ ਵਸਤੂਆਂ ਲੈ ਆਇਆ। ਮਹਾਰਾਜ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਮਾਇਆ ਮੋਹ, ਜਿਹਨੂੰ ਵੇਖ ਕੇ ਰੱਬ ਭੁੱਲ ਜਾਵੇ ਉਹ ਵਸਤੂ ਮਾਇਆ ਹੋ ਜਾਂਦੀ ਹੈ। ਤੇ ਕਬੀਰ ਸਾਹਿਬ ਜੀਆਂ ਨੇ ਬੜਾ ਵੱਡਾ ਬਚਨ ਲਿਖਿਆ, ਕਹਿਣ ਲੱਗੇ ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਗੁਰਮੁਖੋ ਜਿਹਨੂੰ ਪੇਟ ਲੱਗਾ ਨਾ, ਢਿੱਡ ਲੱਗਾ, ਨਾਲ ਰੱਬ ਨੇ ਮਾਇਆ ਵੀ ਲਾਈ ਹੈ। ਹੁਣ ਸਾਨੂੰ ਤੇ ਪੈਸੇ ਦੀ ਲੋੜ ਹੈ, ਅਸੀਂ ਤੇ ਪੈਸੇ ਨੂੰ ਮਾਇਆ ਕਹਿ ਦਿੰਦੇ, ਪਰ ਢਿੱਡ ਤੇ ਪਸ਼ੂਆਂ ਨੂੰ ਵੀ ਲੱਗਾ ਨਾ, ਢਿੱਡ ਤੇ ਪੰਛੀਆਂ ਨੂੰ ਵੀ ਲੱਗਾ, ਪਾਣੀ ਵਿੱਚ ਰਹਿਣ ਵਾਲੇ, ਹਵਾ ਵਿੱਚ ਰਹਿਣ ਵਾਲੇ ਜੀਵਾਂ ਨੂੰ ਲੱਗਾ। ਉਹਨਾਂ ਨੂੰ ਪੈਸੇ ਦੀ ਲੋੜ ਤੇ ਨਹੀਂ ਪੈਂਦੀ ਹੈ, ਪਰ ਮਹਾਰਾਜ ਕਹਿਣ ਲੱਗੇ ਮਾਇਆ ਤੇ ਉਹਨਾਂ ਨੂੰ ਵੀ ਚਿੰਬੜੀ ਹੋਈ ਹੈ। ਕਿਸੇ ਨੂੰ ਕੋਈ, ਕਿਸੇ ਨੂੰ ਕੋਈ, ਕਿਸੇ ਨੂੰ ਵੇਖਣ ਦੀ ਮਾਇਆ, ਕਿਸੇ ਨੂੰ ਸੁਣਨ ਦੀ ਮਾਇਆ, ਕਿਸੇ ਨੂੰ ਬੋਲਣ ਦੀ ਮਾਇਆ, ਕਿਸੇ ਨੂੰ ਖਾਣ ਦੀ ਮਾਇਆ।
ਕਿਸੇ ਨੂੰ ਕਾਮ ਦੀ ਮਾਇਆ ਹੈ। ਕਾਮ ਮਾਇਆ ਕੁੰਚਰ ਕੋ ਵਿਆਪੈ, ਭੁਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਐਸੀ ਮਾਇਆ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਜਿੰਨੇ ਵੀ ਜੀਵ ਪੈਦਾ ਹੋਏ ਸਾਰਿਆਂ ਨੂੰ ਮਾਇਆ ਲੱਗੀ ਹੋਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਮੋਹੇ, ਇਹ ਸਾਰਾ ਸੰਸਾਰ ਮਾਇਆ ਦਾ ਹੀ ਮੋਹਿਆ ਹੋਇਆ, ਮਾਇਆ ਦਾ ਹੀ ਪਸਾਰਾ ਹੈ। ਜਿੱਧਰ ਵੇਖੋ ਜਿੱਧਰ ਜਾਓ, ਜੋ ਵੀ ਸੁਣਦੇ ਹੋ, ਜੋ ਵੀ ਵੇਖਦੇ ਹੋ, ਜੋ ਵੀ ਬੋਲਦੇ ਹੋ, ਸਭ ਮਾਇਆ ਦਾ ਪਸਾਰਾ ਹੋ ਰਿਹਾ। ਤੇ ਇਸ ਮਾਇਆ ਦੇ ਪਸਾਰੇ ਵਿੱਚ ਅਭਿਮਾਨੀ ਪੁਰਸ਼ ਜਿਹੜੇ ਨੇ, ਮਾਇਆ ਮੋਹ ਜਲੈ ਅਭਿਮਾਨ ਹੰਕਾਰ ਦੇ ਵਿੱਚ ਸਾਰੀ ਦੁਨੀਆ ਸੜਦੀ ਪਈ ਹੈ। ਕਿਸੇ ਨੂੰ ਜਾਤ ਦਾ ਹੰਕਾਰ ਹੈ, ਕਿਸੇ ਨੂੰ ਧਨ ਦਾ ਹੰਕਾਰ ਹੈ, ਕਿਸੇ ਨੂੰ ਪਦਵੀ ਦਾ ਹੰਕਾਰ ਹੈ, ਕਿਸੇ ਨੂੰ ਮਰਾਤਬੇ ਦਾ ਹੰਕਾਰ ਹੈ, ਕਿਸੇ ਨੂੰ ਜਾਣ ਪਛਾਣ ਦਾ ਹੰਕਾਰ ਹੈ, ਕਿਸੇ ਨੂੰ ਡਿਗਰੀ ਦਾ ਹੰਕਾਰ ਹੈ। ਕੋਈ ਨਾ ਕੋਈ ਹੰਕਾਰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕੋਈ ਆਖਦਾ ਮੈਂ ਸੋਹਣਾ ਬੜਾ, ਕੋਈ ਆਖਦਾ ਮੈਂ ਗੁਣੀ ਬੜਾ, ਕੋਈ ਆਖਦਾ ਮੈਂ ਚੰਗਾ ਬੜਾ, ਕੋਈ ਆਖਦਾ ਮੈਂ ਪਰਉਪਕਾਰੀ ਬਹੁਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਮੋਹ ਜਲੇ ਅਭਿਮਾਨ, ਅਭਿਮਾਨ ਦੇ ਵਿੱਚ ਪੈ ਕੇ ਸਾਰੀ ਦੁਨੀਆ ਹੀ ਸੜਦੀ ਪਈ ਹੈ। ਹੰਕਾਰ ਸਾਰਿਆਂ ਨੂੰ ਸਾੜਦਾ ਪਿਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁੱਖ ਦੇ ਰਿਹਾ ਹੈ। ਗੁਰਮੁਖ ਹਰ ਰਸ ਚਾਖੈ ਕੋਏ। ਮੁਖੀ ਗੁਰਾਂ ਦੇ ਕੋਲੋਂ ਕਿਸੇ ਨੇ ਉਪਦੇਸ਼ ਲੈ ਕੇ ਕਿਸੇ ਵਿਰਲੇ ਗੁਰਮੁਖ ਨੇ ਨਾਮ ਦੇ ਰਸ ਨੂੰ ਚਖਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਵਕ ਸਿੱਖ ਪੂਜਨ ਸਭ ਆਵੈ। ਮਹਾਰਾਜ ਦੇ ਕੋਲ ਆਉਂਦੇ ਤੇ ਬੜੇ ਨੇ, ਸੇਵਕ ਵੀ ਆਉਂਦੇ, ਸਿੱਖ ਵੀ ਆਉਂਦੇ, ਮੱਥਾ ਟੇਕਣ ਵਾਲੇ ਆਉਂਦੇ, ਅਰਦਾਸ ਕਰਨ ਵਾਲੇ ਆਉਂਦੇ, ਪ੍ਰਸ਼ਾਦ ਲੈਣ ਵਾਲੇ ਆਉਂਦੇ, ਸੰਗਤ ਵਿੱਚ ਬੈਠਣ ਵਾਲੇ ਆਉਂਦੇ। ਆਉਂਦੀ ਤੇ ਬੇਅੰਤ ਸੰਗਤ ਹੈ। ਸ੍ਰੀ ਹਰਿਮੰਦਰ ਸਾਹਿਬ ਚਲੇ ਜਾਈਏ ਤੇ ਪਾਰਾਵਾਰ ਕੋਈ ਨਹੀਂ ਸੰਗਤ ਦਾ, ਮੱਥਾ ਟੇਕਣ ਨੂੰ ਜਗ੍ਹਾ ਕੋਈ ਨਹੀਂ ਲੱਭਦੀ ਵੀ, ਆਉਂਦੇ ਤੇ ਬੇਅੰਤ ਪਏ ਨੇ। ਪਰ ਸਤਿਗੁਰੂ ਇੱਥੇ ਬਚਨ ਕਰਦੇ ਪਏ ਗੁਰਮੁਖ ਹਰ ਰਸ ਚਾਖੈ ਕੋਏ। ਪਰ ਜਿਹੜਾ ਉੱਥੇ ਚਖਣਾ ਹੈ ਨਾ ਨਾਮ, ਉਹ ਕੋਈ ਕੋਈ ਚਖਦਾ ਪਿਆ। ਬੈਠ ਕੇ ਉੱਥੇ ਕੀਰਤਨ ਕੋਈ ਕੋਈ ਸੁਣਦਾ ਪਿਆ, ਬੈਠ ਕੇ ਉੱਥੇ ਨਾਮ ਦਾ ਰਸ ਕੋਈ ਕੋਈ ਲੈਂਦਾ ਪਿਆ। ਕੋਈ ਤੇ ਫੋਟੋ ਖਿੱਚਦਾ ਪਿਆ, ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਿਆ। ਉੱਥੇ ਜਿਹੜਾ ਸਵਾਦ ਲੈਣਾ ਸੀ ਨਾ, ਚਖਣਾ ਰਸ ਲੈਣਾ ਸੀ, ਉਹ ਰਸ ਕਿਸੇ ਗੁਰਮੁਖ ਨੇ ਹੀ ਲਿਆ। ਬਾਕੀ ਤੇ ਵੇਖਾ ਵਿਖਾਈ ਵਾਸਤੇ, ਸੁਣਨਾ ਸੁਣਾਈ ਵਾਸਤੇ ਗਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਮੁਖੀ ਗੁਰਾਂ ਦੇ ਕੋਲੋਂ ਕਿਸੇ ਗੁਰਮੁਖ ਨੇ ਨਾਮ ਦਾ ਰਸ ਲੈ ਕੇ ਨਾ ਤੇ ਉਸ ਨੂੰ ਚਖਿਆ ਹੈ। ਕੋਈ ਵਿਰਲਾ ਹੀ ਚਖਣ ਵਾਲਾ ਹੈ, ਕੋਈ ਵਿਰਲਾ ਹੀ ਗੁਰਮੁਖ ਹੈ ਜਿਹੜਾ ਉਸ ਨਾਮ ਦੇ ਸਿਮਰਨ ਵਿੱਚ ਲੱਗਾ ਹੋਇਆ। ਤੇ ਜਿਹੜਾ ਲੱਗ ਗਿਆ ਨਾ ਸਿਮਰਨ ਨੂੰ ਚਖਣ ਵਾਸਤੇ, ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਜਬ ਲਗ ਤਾਗਾ ਬਾਹੋ ਦੇਹੀ, ਤਬ ਲਗ ਵਿਸਰੈ ਰਾਮ ਸਨੇਹੀ। ਮੈਂ ਕੰਮ ਉਹ ਨਹੀਂ ਕਰਾਂਗਾ ਜਿਹਦੇ ਨਾਲ ਇੱਕ ਸਕਿੰਟ ਵਾਸਤੇ ਮੈਨੂੰ ਪਰਮਾਤਮਾ ਭੁੱਲੇ। ਇਹ ਜਿਨ੍ਹਾਂ ਨੂੰ ਰਸ ਆਉਂਦਾ ਹੈ ਉਹਨਾਂ ਦੀ ਐਸੀ ਅਵਸਥਾ ਬਣਦੀ ਹੈ। ਤਿਸ ਸਦਾ ਆਨੰਦ ਹੋਵੇ ਦਿਨ ਰਾਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੇ ਗੁਰਮੁਖਾਂ ਨੂੰ ਦਿਨੇ ਰਾਤ ਆਨੰਦ ਹੀ ਆਨੰਦ ਬਣਿਆ ਰਹਿੰਦਾ। ਗੁਰਮੁਖੋ ਅਸੀਂ ਜਾਗਦਿਆਂ ਵੀ ਪਰੇਸ਼ਾਨ ਹਾਂ ਤੇ ਸੁੱਤਿਆਂ ਵੀ ਪਰੇਸ਼ਾਨ ਹਾਂ। ਸੁੱਤਿਆਂ ਸਾਨੂੰ ਭੈੜੇ ਸੁਪਨੇ, ਡਰਾਉਣੇ ਸੁਪਨੇ, ਚਿੰਤਾ ਵਿੱਚ ਕਈਆਂ ਨੂੰ ਨੀਂਦ ਹੀ ਨਹੀਂ ਆਉਂਦੀ ਹੈ। ਅਸੀਂ ਸੌਣ ਵੇਲੇ ਵੀ ਪਰੇਸ਼ਾਨ ਹਾਂ ਤੇ ਜਾਗਦਿਆਂ ਹੋਇਆਂ ਤੁਰੇ ਫਿਰਦਿਆਂ ਸਵੇਰ ਵੇਲੇ ਵੀ ਪਰੇਸ਼ਾਨ ਹਾਂ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਨੇ ਨਾਮ ਦਾ ਰਸ ਚੱਕਿਆ ਨਾ, ਤਿਸ ਸਦਾ ਆਨੰਦ ਹੋਵੇ। ਉਹਦੇ ਵਾਸਤੇ ਸਦਾ ਹੀ ਆਨੰਦ ਹੈ, ਸਦਾ ਹੀ ਖੁਸ਼ੀ ਹੈ, ਸਦਾ ਹੀ ਖੁਮਾਰੀ ਹੈ। ਹੋਵੇ ਦਿਨ ਰਾਤੀ, ਦਿਨੇ ਰਾਤ, ਰਾਤ ਵੀ ਆਨੰਦ ਵਿੱਚ ਉਹ ਗੁਰਮੁਖ ਤੇ ਦਿਨੇ ਵੀ ਆਨੰਦ ਵਿੱਚ ਉਹ ਗੁਰਮੁਖ ਰਹਿੰਦੇ ਹਨ। ਪੂਰਾ ਭਾਗ ਪ੍ਰਾਪਤ ਹੋਏ। ਪਰ ਗੁਰਮੁਖੋ ਬਚਨ ਇਹ ਹੈ ਵੀ ਇਹ ਨਾਮ ਧਨ ਨਾ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਜੇ ਹੁੰਦਾ। ਜਿਹਨੂੰ ਕਰਮਾਂ 'ਚ ਲਿਖਿਆ ਨਾ, ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਕਹੀ ਜਾਓ ਵੀ ਨਾਮ ਜਪਿਆ ਕਰ, ਬਾਣੀ ਪੜ੍ਹਿਆ ਕਰ, ਰੋਜ਼ ਕਹਿਣ ਦੇ ਨਾਲ ਵੀ ਅਗਲਾ ਜਪੇਗਾ ਨਹੀਂ, ਪੜ੍ਹੇਗਾ ਨਹੀਂ। ਕਰਮਾਂ ਬਿਨਾਂ ਨਾਮ ਨਹੀਂ ਜਪਿਆ ਜਾਣਾ ਤੇ ਕਰਮ ਬਣਨਾ ਸੰਗਤ ਵਿੱਚ ਆ ਕੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਬਾਣੀ ਵਿੱਚ ਥਾਵਾਂ ਥਾਵਾਂ ਤੇ ਐਵੇਂ ਨਹੀਂ ਬਚਨ ਕੀਤਾ ਵੀ ਸਤ ਸੰਗਤ ਕਰਿਆ ਕਰੋ। ਜਦੋਂ ਅਸੀਂ ਸੰਗਤ ਵਿੱਚ ਆ ਕੇ ਬੈਠਦੇ ਹਾਂ, ਇੱਥੇ ਲਿਖਿਆ ਜਾਂਦਾ ਉਹ ਸਾਡਾ ਕਰਮ ਨਾਮ ਜਪਣ ਵਾਲਾ। ਜਦੋਂ ਮੱਥਾ ਟੇਕਦੇ ਹਾਂ ਗੁਰੂ ਨੂੰ ਆ ਕੇ, ਆਪਣਾ ਮਸਤਕ ਝੁਕਾਉਂਦੇ ਹਾਂ, ਸੰਗਤਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲਾਉਂਦੇ ਹਾਂ, ਇੱਥੇ ਕਰਮ ਲਿਖ ਦਿੰਦੇ ਮਹਾਰਾਜ ਕਿ ਇਹ ਰੋਜ਼ ਆਉਣ ਵਾਲਾ, ਹਾਜ਼ਰੀ ਦੇਣ ਵਾਲਾ, ਇਹਦੇ ਕਰਮਾਂ 'ਚ ਪਾ ਦਈਏ ਭਾਈ ਨਾਮ ਦੀ ਦਾਤ। ਬੀਬੀ ਸੁਲੱਖਣੀ ਨੇ ਆਖਿਆ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਇਹ ਬਚਨ ਕਹੇ ਸਨ ਵੀ ਮਹਾਰਾਜ ਇੱਥੇ ਵੀ ਲਿਖਣ ਵਾਲੇ ਤੇ ਉੱਥੇ ਪਰਲੋਕ ਵਿੱਚ ਵੀ ਤੁਸੀਂ ਲਿਖਣ ਵਾਲੇ ਹੋ।
ਤੇ ਇਹ ਗੱਲ ਕੋਈ ਝੂਠੀ ਨਹੀਂ ਹੈ, ਕੋਈ ਅਤ ਕਥਨੀ ਗੱਲ ਨਹੀਂ ਹੈ ਵੀ ਬੀਬੀ ਨੇ ਜਾਣ ਬੁੱਝ ਕੇ ਮਹਾਰਾਜ ਨੂੰ ਵਡਿਆਉਣ ਵਾਸਤੇ ਆਖਿਆ। ਨਹੀਂ, ਵਾਕਿਆ ਹੀ ਮਹਾਰਾਜ ਲੋਕ ਤੇ ਪਰਲੋਕ ਵਿੱਚ ਲੇਖ ਲਿਖਣ ਵਾਲੇ ਨੇ। ਤੇ ਸਤਿਗੁਰਾਂ ਨੇ ਉਸੇ ਵੇਲੇ ਲਿਖ ਕੇ ਆਖਿਆ, ਲੈ ਜਿੰਨੇ ਪੁੱਤਰ ਚਾਹੁੰਦੀ ਉਸ ਤੋਂ ਵੀ ਵੱਧ ਮਿਲ ਗਿਆ ਤੈਨੂੰ। ਤੇ ਜੇ ਬੀਬੀ ਸੁਲੱਖਣੀ ਨੂੰ ਐਸੀਆਂ ਦਾਤਾਂ ਮਹਾਰਾਜ ਮਾਰ ਕੇ ਕਲਮ ਤੇ ਦੇ ਸਕਦੇ ਤੇ ਸਾਨੂੰ ਕਿਉਂ ਨਹੀਂ ਦੇਣਗੇ? ਦੇਣਗੇ ਜ਼ਰੂਰ, ਪਰ ਸੰਗਤ ਵਿੱਚ ਚੱਲ ਕੇ ਆਏਗਾ, ਮਸਤਕ ਟੇਕੇਗਾ, ਇੱਥੇ ਮਹਾਰਾਜ ਕਰਮ ਲਿਖ ਦੇਣਗੇ, ਭਾਗ ਲਿਖ ਦੇਣਗੇ। ਤਾਂ ਸੰਗਤ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਆਇਆ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੂਰਾ ਭਾਗ ਪ੍ਰਾਪਤ ਹੋਏ, ਪਰ ਇਹ ਨਾਮ ਦਾ ਧਨ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਭਾਗ ਚੰਗੇ। ਤੇ ਗੁਰਮੁਖੋ ਭਾਗ ਸਤ ਸੰਗਤ ਵਿੱਚ ਆ ਕੇ ਬਣਦੇ ਹਨ। ਰਾਓ ਸ਼ਬਦ ਦੀਪਕ ਵਰਤੈ ਤਿਹ ਲੋਏ। ਸ਼ਬਦ ਜੋ ਬ੍ਰਹਮ ਹੈ ਨਾ ਗੁਰਮੁਖੋ, ਦੀਪਕ ਤੋਂ ਭਾਵ ਪ੍ਰਕਾਸ਼ ਹੈ, ਬ੍ਰਹਮ ਪ੍ਰਕਾਸ਼ ਹੈ। ਤੇ ਉਹ ਬ੍ਰਹਮ ਦੀ ਜਿਹੜੀ ਰੌਸ਼ਨੀ ਹੈ ਨਾ ਤਿੰਨਾਂ ਲੋਕਾਂ ਦੇ ਵਿੱਚ ਹੈ, ਭਾਵੇਂ ਮਾਤ ਲੋਕ ਹੈ, ਪਤਾਲ ਲੋਕ ਹੈ, ਸਵਰਗ ਲੋਕ ਹੈ। ਜਿੰਨੇ ਵੀ ਲੋਕ ਨੇ, ਜਿੰਨੇ ਵੀ ਪਤਾਲ ਨੇ, ਜਿੰਨੇ ਵੀ ਆਕਾਸ਼ ਨੇ, ਸਾਰਿਆਂ ਦੇ ਵਿੱਚ ਬ੍ਰਹਮ ਦੀ ਲੋ ਕੰਮ ਕਰਦੀ ਹੈ, ਬ੍ਰਹਮ ਦਾ ਪ੍ਰਕਾਸ਼ ਕੰਮ ਕਰਦਾ, ਬ੍ਰਹਮ ਦੀ ਚੇਤਨ ਸਤਾ ਕੰਮ ਕਰਦੀ ਹੈ। ਤੇ ਸਾਰੇ ਆਪੋ ਆਪਣੇ ਹੁਕਮ ਦੇ ਵਿੱਚ ਪਰਮਾਤਮਾ ਦੇ ਕਹਿਣੇ ਵਿੱਚ ਬੈਠੇ ਹੋਏ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਧਰਤੀ ਦੱਬੀ ਭਾਰ। ਮਹਾਰਾਜ ਜੀਆਂ ਦੇ ਬਚਨ ਗੁਰਬਾਣੀ ਦੇ ਅੰਦਰ ਇਹ ਸਭ ਕੁਝ ਉਹਦੇ ਭੈ ਦੇ ਵਿੱਚ ਤਾਂ ਹੁੰਦਾ ਪਿਆ ਕਿਉਂਕਿ ਸਾਰਿਆਂ ਵਿੱਚ ਉਹਦੀ ਚੇਤਨ ਸਤਾ ਹੈ, ਸਾਰਿਆਂ ਵਿੱਚ ਉਹ ਪ੍ਰਕਾਸ਼ ਰੂਪ ਹੋ ਰਿਹਾ ਹੈ। ਜੋ ਚਾਖੈ ਸੋ ਨਿਰਮਲ ਹੋਏ। ਜਿਹੜਾ ਭਾਈ ਇਸ ਨਾਮ ਰਸ ਨੂੰ ਚਖਦਾ ਹੈ ਨਾ ਉਹ ਨਿਰਮਲ ਹੋ ਜਾਂਦਾ ਹੈ। ਨਾਮ ਦਾ ਰਸ ਹੀ ਇਹੋ ਜਿਹਾ ਜਿਨ੍ਹਾਂ ਨੇ ਚਖਿਆ ਹੈ ਨਾ ਉਹਨਾਂ ਦੀਆਂ ਮੈਲਾਂ ਦੂਰ ਹੋ ਜਾਂਦੀਆਂ, ਉਹ ਸਦਾ ਵਾਸਤੇ ਗੁਰਮੁਖ ਜਿਹੜੇ ਨਿਰਮਲ ਪਵਿੱਤਰ ਹੋ ਜਾਂਦੇ ਹਨ। ਨਿਰਮਲ ਨਾਮ ਹਉਮੈ ਮਲ ਧੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਨਿਰਮਲ ਹੈ ਨਾ, ਜਿਨ੍ਹਾਂ ਨੇ ਜਪਿਆ ਉਹਦੀ ਹਉਮੈ ਦੀ ਮੈਲ ਧੋਤੀ ਜਾਂਦੀ ਹੈ। ਤੇ ਜਿਹੜੀ ਹਉਮੈ ਆ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਰਹਿੰਦੀ ਹੈ, ਭਾਵੇਂ ਛੋਟੀ ਹੋਵੇ ਤੇ ਭਾਵੇਂ ਬਹੁਤੀ ਹੋਵੇ। ਹਉਮੈ ਆ ਗਈ ਤੇ ਜੰਮਣ ਮਰਨ ਦਾ ਕਾਰਨ ਬਣ ਜਾਏਗੀ। ਕਈ ਵਾਰੀ ਅਸੀਂ ਆਪਣੇ ਨਾਮ ਦੇ ਅੱਗੇ ਦਾਸ ਸ਼ਬਦ ਲਵਾ ਲੈਂਦੇ, ਦਾਸ ਕਹਿ ਕੇ ਤੇ ਫਿਰ ਇਹ ਗੱਲ ਕਹਿੰਦੇ ਵੀ ਇਹ ਕੰਮ ਮੈਂ ਕੀਤਾ ਜਾਂ ਕਰਵਾਇਆ। ਤੇ ਸਾਡੇ ਮਨ ਵਿੱਚ ਇਹ ਵਿਚਾਰ ਹੈ ਵੀ ਮੈਂ ਤੇ ਆਪਣੇ ਆਪ ਨੂੰ ਦਾਸ ਖਵਾ ਲਿਆ, ਹੁਣ ਤੇ ਮੇਰੇ ਮਨ ਦੇ ਵਿੱਚ ਮੇਰੀ ਰਹਿ ਹੀ ਨਹੀਂ ਗਈ। ਮੈਂ ਨਹੀਂ ਆਖਿਆ, ਮੈਂ ਦਾਸ ਕਿਹਾ। ਪਰ ਨਾਲ ਇਹ ਵੀ ਬਚਨ ਕਹਿ ਨਾ ਵੀ ਮੈਂ ਕੀਤਾ ਤੇ ਕਰਵਾਇਆ, ਦਾਸ ਨੇ ਕੀਤਾ ਕਰਵਾਇਆ, ਗੱਲ ਤੇ ਉੱਥੇ ਹੀ ਹੈ। ਸ਼ਬਦ ਬਦਲਿਆ ਹੈ, ਭਾਵਨਾ ਤੇਰੀ ਉੱਥੇ ਹੀ ਟਿਕੀ ਹੈ, ਗੱਲ ਉੱਥੇ ਹੀ ਹੈ, ਕੇਵਲ ਮੂੰਹ ਦੇ ਅੱਖਰ ਬਦਲੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇੱਕ ਥਾਂ ਤੇ ਆਖਦਾ ਮੈਂ ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਜ਼ਮੀਨ ਜਾਇਦਾਦ ਛੱਡ ਦਿੱਤੀ, ਸਭ ਕੁਝ ਛੱਡਿਆ। ਕਾਹਦੇ ਵਾਸਤੇ? ਰੱਬ ਦੇ ਨਾਮ ਦਾ ਰਸ ਲੈਣ ਵਾਸਤੇ। ਤਾਂ ਮੈਂ ਛੱਡ ਕੇ ਆ ਗਿਆ ਪਰਿਵਾਰ, ਮਾਤਾ ਪਿਤਾ ਛੱਡ ਤੇ ਦਿੱਤਾ। ਚੰਗੀ ਗੱਲ ਕੀਤੀ ਹੈ, ਨਾਮ ਜਪਦਾ ਪਿਆ, ਹੋਰ ਚੰਗੀ ਗੱਲ ਕੀਤੀ ਹੈ। ਪਰ ਅਸਲ ਦੇ ਵਿੱਚ ਗੁਰਮੁਖਾ ਤੂੰ ਛੱਡ ਕੇ ਵੀ ਛੱਡ ਨਹੀਂ ਪਾਇਆ। ਸਰੀਰ ਕਰਕੇ ਜ਼ਰੂਰ ਛੱਡਿਆ, ਮਨ ਨਹੀਂ ਤੇਰੇ ਤੋਂ ਛੱਡਿਆ ਗਿਆ। ਮਨ ਤੇਰਾ ਉੱਥੇ ਖਲੋਤਾ ਹੋਇਆ। ਤੇ ਜਿੱਥੇ ਮਨ ਖਲੋਤਾ ਫਿਰ ਉਹ ਚੀਜ਼ ਛੱਡੀ ਤੇ ਨਾ ਗਈ। ਸਤਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ ਨਾ, ਗੁਰੂ ਹਰਿਰਾਏ ਪਾਤਸ਼ਾਹ ਜੀਆਂ ਦਾ, ਤੇ ਬਚਨ ਆਉਂਦਾ ਜਦੋਂ ਬਾਬਾ ਰਾਮ ਰਾਏ ਸਾਹਿਬ ਜੀਆਂ ਨੇ ਗੁਰਬਾਣੀ ਨੂੰ ਬਦਲਿਆ ਨਾ, ਤੇ ਸਤਿਗੁਰਾਂ ਨੇ ਕਿਹਾ ਵੀ ਰਾਮ ਰਾਏ ਨੇ ਗਲਤੀ ਕੀਤੀ ਹੈ ਤੇ ਇਸ ਨੂੰ ਅਸੀਂ ਹੁਣ ਮੱਥੇ ਨਹੀਂ ਲਾਵਾਂਗੇ। ਜਦੋਂ ਇਹ ਸੁਨੇਹਾ ਬਾਬਾ ਰਾਮ ਰਾਏ ਨੂੰ ਦਿੱਲੀ ਪਹੁੰਚਿਆ ਤੇ ਦੌੜਿਆ ਉੱਥੋਂ ਬੜੀ ਛੇਤੀ ਆਪਣੇ ਪਿਤਾ ਤੋਂ ਮਾਫੀ ਮੰਗਣ ਵਾਸਤੇ। ਤੇ ਭਜਦਿਆਂ ਦੌੜਦਿਆਂ ਕੀਰਤਪੁਰ ਸਾਹਿਬ ਦੇ ਨੇੜੇ ਆ ਕੇ ਤੇ ਫਿਰ ਸੁਨੇਹਾ ਭੇਜਿਆ ਕਿ ਸਿੱਖ ਦੇ ਹੱਥ ਵੀ ਜਾਓ, ਮਹਾਰਾਜ ਜੀਆਂ ਨੂੰ ਕਹੋ ਵੀ ਮੈਂ ਸਤਿਗੁਰੂ ਮਿਲਣ ਵਾਸਤੇ ਆਇਆ, ਮੈਨੂੰ ਮਿਲੋ ਕਿਰਪਾ ਕਰਕੇ। ਤੇ ਧੰਨ ਗੁਰੂ ਹਰਿਰਾਏ ਪਾਤਸ਼ਾਹ ਜੀਆਂ ਨੇ ਉੱਥੇ ਫਿਰ ਬਚਨ ਕੀਤਾ ਸੰਗਤ ਵਿੱਚ, ਕਹਿਣ ਲੱਗੇ, ਗੁਰੂ ਕੀ ਸੰਗਤ, ਅਸੀਂ ਜਿਹੜਾ ਪਹਿਲਾਂ ਬਚਨ ਕੀਤਾ ਸੀ ਨਾ ਵੀ ਰਾਮ ਰਾਏ ਨੂੰ ਮਿਲਾਂਗੇ ਨਹੀਂ, ਮੱਥੇ ਨਹੀਂ ਲਾਵਾਂਗੇ ਤੇ ਇਹਦੇ ਮੱਥੇ ਲੱਗਾਂਗੇ ਨਹੀਂ, ਉਹਦੇ ਵਿੱਚ ਇੱਕ ਬਚਨ ਅਸੀਂ ਹੋਰ ਤੁਹਾਨੂੰ ਦੱਸਦੇ ਹਾਂ, ਇੱਕ ਬਚਨ ਹੋਰ ਉਹਦੇ ਵਿੱਚ ਨੋਟ ਕਰ ਲਓ, ਇੱਕ ਬਚਨ ਹੋਰ ਉਹਦੇ ਵਿੱਚ ਪਲੱਸ ਕਰ ਦਿੰਦੇ, ਜੋੜ ਦਿੰਦੇ ਆ। ਉਹ ਕਿਹੜਾ ਬਚਨ ਹੈ? ਮਹਾਰਾਜ ਕਹਿਣ ਲੱਗੇ, ਅੱਜ ਤੋਂ ਰਾਮ ਰਾਏ ਇਕੱਲਾ ਤਨ ਕਰਕੇ ਨਹੀਂ, ਅਸੀਂ ਮਨ ਕਰਕੇ ਵੀ ਭੁਲਾ ਦਿੱਤਾ, ਕਦੇ ਮਨ ਕਰਕੇ ਵੀ ਯਾਦ ਨਹੀਂ ਕਰਾਂਗੇ।
ਇਕੱਲਾ ਸਰੀਰ ਕਰਕੇ ਨਹੀਂ, ਮਨ ਕਰਕੇ ਵੀ ਛੱਡਿਆ, ਮਨ ਵਿੱਚ ਵੀ ਉਹਦਾ ਚੇਤਾ ਨਹੀਂ ਕਦੇ ਆਵੇਗਾ। ਇਸ ਤਰ੍ਹਾਂ ਤਿਆਗਿਆ ਆਪਣੇ ਪੁੱਤਰ ਨੂੰ। ਮਹਾਰਾਜ ਕਹਿਣ ਲੱਗੇ ਤੂੰ ਤਨ ਕਰਕੇ ਤੇ ਕਈ ਵਸਤੂਆਂ ਛੱਡ ਦੇਣਾ, ਪਰ ਮਨ ਤੇਰਾ ਉੱਥੇ ਹੀ ਜੁੜਿਆ ਰਹਿੰਦਾ। ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਪੁੱਤਰ ਛੱਡਿਆ ਤਨ ਕਰਕੇ, ਤੇ ਨਾਲ ਹੀ ਆਖਿਆ ਅੱਜ ਅਸੀਂ ਮਨ ਕਰਕੇ ਵੀ ਛੱਡਿਆ। ਮਨ ਵਿੱਚ ਵੀ ਉਸ ਨੂੰ ਯਾਦ ਨਹੀਂ ਰੱਖਾਂਗੇ, ਮਨ ਕਰਕੇ ਵੀ ਕਦੇ ਉਹਨੂੰ ਯਾਦ ਨਹੀਂ ਕਰਾਂਗੇ। ਤੇ ਗੁਰੂ ਕਿਹਾ ਸਿੱਖਾ ਇਹਨੂੰ ਕਹਿੰਦੇ ਛੱਡਣਾ, ਇਹਨੂੰ ਕਹਿੰਦੇ ਤਿਆਗਣਾ। ਇਹ ਸਾਖੀ ਤੇ ਆਪਾਂ ਬੜੀ ਵਾਰੀ ਸਰਵਣ ਕੀਤੀ ਹੋਵੇਗੀ, ਪਰ ਇਹਦੇ ਵਿੱਚ ਜਿਹੜਾ ਗੁੱਝਾ ਭੇਦ ਮਹਾਰਾਜ ਜੀ ਨੇ ਸਾਨੂੰ ਸਮਝਾਇਆ। ਸਾਖੀ ਦੀਆਂ ਗੁਰਮੁਖੋ ਬੜੀਆਂ ਬੜੀਆਂ ਕੜੀਆਂ ਹੁੰਦੀਆਂ ਨੇ, ਕੋਈ ਕਿਸੇ ਪਾਸੇ ਜੁੜਦੀ ਹੈ, ਕੋਈ ਕਿਸੇ ਪਾਸੇ ਜੁੜਦੀ ਹੈ, ਕੋਈ ਨਾ ਕੋਈ ਉਹਦੇ ਵਿੱਚੋਂ ਉਪਦੇਸ਼ ਹਰੇਕ ਦੇ ਵਿੱਚੋਂ ਪ੍ਰਾਪਤ ਹੁੰਦਾ। ਤੇ ਕਈ ਕਈ ਸਾਖੀਆਂ ਇਤਿਹਾਸ ਮਹਾਰਾਜ ਦਾ ਬੜੇ ਬੜੇ ਥਾਵਾਂ ਤੋਂ ਸਾਨੂੰ ਸਮਝਾਉਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਪਾਸੇ ਆਖਿਆ ਘਰ ਛੱਡਿਆ, ਪਰਿਵਾਰ ਛੱਡਿਆ, ਮਾਂ ਬਾਪ ਛੱਡਿਆ, ਸਭ ਕੁਝ ਛੱਡਿਆ। ਦੂਜੇ ਪਾਸੇ ਨਾਲ ਇਹ ਵੀ ਕਹਿੰਦਾ ਮੈਂ ਛੱਡ ਕੇ ਆਇਆ ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਜਿੰਨਾ ਚਿਰ ਇਹ ਨਹੀਂ ਨਾ ਛੱਡਿਆ ਵੀ ਮੈਂ ਛੱਡਿਆ, ਉਹਨਾਂ ਚਿਰ ਕਾਹਦਾ ਛੱਡਿਆ। ਕੇਵਲ ਸਰੀਰ ਹੀ ਦੂਰ ਆਇਆ, ਮਨ ਤੇ ਤੇਰਾ ਉਹਨਾਂ ਵਿੱਚ ਬੈਠਾ ਹੀ ਹੋਇਆ। ਤੇ ਤੁਹਾਡੇ ਗੁਰੂ ਨੇ, ਤੇਰੇ ਗੁਰੂ ਨੇ ਬਚਨ ਆਖੇ ਪੁੱਤਰ ਨੂੰ ਛੱਡਣ ਲੱਗਿਆ ਮੈਂ ਸੀ ਪੁੱਤਰ ਆਪਣੇ ਸਰੀਰ ਤੋਂ ਨਹੀਂ ਮਨ ਤੋਂ ਵੀ ਛੱਡਿਆ। ਜੇ ਛੱਡਣਾ ਚਾਹਣਾ ਨਾ ਤਾਂ ਫਿਰ ਇਸ ਤਰ੍ਹਾਂ ਛੱਡ, ਨਹੀਂ ਤੇ ਅਭਿਮਾਨ ਕਿਸੇ ਨਾ ਕਿਸੇ ਰੂਪ ਵਿੱਚ ਬੈਠਾ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਨਿਰਮਲ ਨਾਮ ਸੋ ਜੋ ਚਾਖੇ ਸੋ ਨਿਰਮਲ ਹੋਏ। ਨਾਮ ਨੂੰ ਜਪਣ ਵਾਲੇ ਗੁਰਮੁਖ ਨਿਰਮਲ ਹੁੰਦੇ ਹਨ। ਨਿਰਮਲ ਨਾਮ ਹਉਮੈ ਮਲ ਧੋਏ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਹਉਮੈ ਦੀ ਮੈਲ ਜਿਹੜੀ ਦੂਰ ਹੋ ਜਾਂਦੀ ਹੈ। ਸਾਚੀ ਭਗਤ ਸਦਾ ਸੁਖ ਹੋਏ। ਜਿਨ੍ਹਾਂ ਨੇ ਸੱਚੀ ਭਗਤੀ ਗੁਰਮੁਖੋ ਕੀਤੀ ਹੈ ਉਹਨਾਂ ਨੂੰ ਸਦਾ ਵਾਸਤੇ ਸੁਖ ਹੀ ਸੁਖ, ਸੁਖ ਹੀ ਸੁਖ ਪ੍ਰਾਪਤ ਹੁੰਦੇ ਹਨ। ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ। ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚਖਿਆ ਨਾ ਭਾਈ, ਉਹ ਜਿਹੜੇ ਗੁਰਮੁਖ ਹਨ ਉਹ ਹਰੀ ਪਰਮਾਤਮਾ ਦੇ ਹੀ ਲੋਕ ਬਣ ਗਏ, ਉਹਦੇ ਹੀ ਬਣ ਗਏ। ਨਾਮ ਨੂੰ ਜਪਣ ਵਾਲੇ, ਨਾਮ ਦਾ ਸਿਮਰਨ ਕਰਨ ਵਾਲੇ ਨਾਮੀ ਦਾ ਹੀ ਰੂਪ ਹੋ ਗਏ। ਹਰ ਹਰ ਜਨ ਦੋਈ ਏਕ ਹੈ। ਰੱਬ ਤੇ ਰੱਬ ਦਾ ਪਿਆਰਾ ਫਿਰ ਇੱਕੋ ਹੀ ਹੋ ਗਿਆ, ਫਰਕ ਕੋਈ ਨਹੀਂ ਰਹਿ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ ਹਰ ਰਸ ਚਾਖਿਆ, ਜਿਨ੍ਹਾਂ ਨੇ ਨਾਮ ਰਸ ਨੂੰ ਚਖਿਆ ਹੈ ਸੋ ਹਰ ਜਨ ਲੋਕ। ਉਹ ਜਿਹੜੇ ਲੋਕ ਨੇ ਨਾ ਹਰੀ ਦੇ ਜਨ, ਉਹ ਹਰੀ ਦਾ ਰੂਪ ਹੋ ਜਾਂਦੇ ਹਨ। ਤੇ ਸਦਾ ਹਰਖ ਨਾਹੀ ਕਦੇ ਸੋਗ। ਉਹਨਾਂ ਗੁਰਮੁਖਾਂ ਨੂੰ ਸਦਾ ਵਾਸਤੇ ਹਰਖ ਕਹੀਏ ਆਨੰਦ ਹੀ ਬਣਿਆ ਰਹਿੰਦਾ, ਆਨੰਦ ਹੀ ਬਣਿਆ ਰਹਿੰਦਾ। ਨਾ ਹੀ ਕਦੇ ਸੋਗ, ਕਦੇ ਚਿੰਤਾ ਤੇ ਉਹਨਾਂ ਨੂੰ ਹੁੰਦੀ ਨਹੀਂ ਹੈ, ਕਦੇ ਸ਼ੋਕ ਤੇ ਉਹਨਾਂ ਨੂੰ ਪੈਂਦਾ ਹੀ ਨਹੀਂ ਹੈ। ਕਿਉਂਕਿ ਪਰਮਾਤਮਾ ਨੂੰ ਚਿੰਤਾ ਨਹੀਂ ਨਾ, ਪਰਮਾਤਮਾ ਨੂੰ ਆਪ ਨੂੰ ਸ਼ੋਕ ਨਹੀਂ ਹੈ। ਪਰਮਾਤਮਾ ਆਨੰਦ ਦੇ ਵਿੱਚ ਹੈ, ਤੇ ਜਿਹੜੇ ਨਾਮ ਜਪ ਕੇ ਉਹਦਾ ਰੂਪ ਹੋ ਗਏ ਫਿਰ ਉਹ ਵੀ ਤੇ ਆਨੰਦ ਦਾ ਰੂਪ ਹੀ ਹੋ ਗਏ ਨਾ। ਜੇ ਪਰਮਾਤਮਾ ਨੂੰ ਚਿੰਤਾ ਕੋਈ ਨਹੀਂ ਤੇ ਰੱਬ ਦੇ ਪਿਆਰਿਆਂ ਨੂੰ ਵੀ ਚਿੰਤਾ ਕੋਈ ਰਹਿੰਦੀ ਨਹੀਂ ਹੈ। ਆਪ ਮੁਕਤ ਅਵਰਾ ਮੁਕਤ ਕਰਾਵਾ। ਸਤਿਗੁਰੂ ਤੇ ਐਸੀ ਅਵਸਥਾ ਬਣਾ ਦਿੰਦੇ ਆਪ ਮੁਕਤ। ਆਪ ਤੇ ਮੁਕਤ ਨੇ ਮਹਾਰਾਜ ਸਾਹਿਬ ਜੀ, ਤੇ ਬਾਕੀਆਂ ਨੂੰ ਮੁਕਤ ਕਰਾ ਦਿੰਦੇ, ਬਾਕੀਆਂ ਨੂੰ ਛੁਡਾ ਦਿੰਦੇ, ਮੁਕਤੀ ਦਵਾ ਦਿੰਦੇ ਪਾਤਸ਼ਾਹ। ਆਪ ਮੁਕਤ ਨੇ, ਆਪ ਮੁਕਤ ਮੁਕਤ ਕਰੇ ਸੰਸਾਰ। ਸਤਿਗੁਰੂ ਆਪ ਮੁਕਤ ਨੇ, ਸੰਸਾਰ ਨੂੰ ਮੁਕਤ ਕਰ ਦਿੰਦਾ। ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਬੈਠੇ ਨਾ ਗੁਰਤਾ ਗੱਦੀ ਦੇ ਤਖਤ ਦੇ ਉੱਪਰ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸ਼ਹੀਦ ਕਰਵਾਇਆ ਚੰਦੂ ਦੀਵਾਨ ਨੇ। ਮਹਾਰਾਜ ਦੀ ਸ਼ਹੀਦੀ ਤੋਂ ਉਪਰੰਤ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਖਤ 'ਤੇ ਬੈਠੇ, ਤੇ ਬੈਠਦਿਆਂ ਹੀ ਮਹਾਰਾਜ ਨੇ ਪਹਿਲੇ ਦਿਨ ਐਲਾਨ ਹੀ ਕਰ ਦਿੱਤਾ ਸੰਗਤ ਦੇ ਵਿੱਚ, ਕਹਿਣ ਲੱਗੇ ਗੁਰੂ ਕੀ ਸੰਗਤ ਸਾਡੇ ਪਿਤਾ ਨੂੰ ਚੰਦੂ ਦੀਵਾਨ ਨੇ ਸ਼ਹੀਦ ਕਰਵਾਇਆ। ਭਾਵੇਂ ਮਿਸ ਕੋਈ ਵੀ ਹੈ, ਬਹਾਨਾ ਕੋਈ ਵੀ ਹੈ, ਕੰਮ ਕੋਈ ਵੀ ਹੈ, ਕਰਵਾਉਣਾ ਕੋਈ ਵੀ ਚਾਹੁੰਦਾ ਸੀ, ਪਰ ਮੋਹਰਾ ਬਣਿਆ ਚੰਦੂ ਦੀਵਾਨ। ਤੇ ਗੁਰਮੁਖੋ ਪਾਪ ਕਰਮ ਦੇ ਵਿੱਚ ਕੰਮ ਕਰਨਾ ਦੂਰ ਦੀ ਗੱਲ ਹੈ, ਕਿਸੇ ਨੂੰ ਪਾਪ ਦੀ ਸਲਾਹ ਵੀ ਦੇ ਦਈਏ ਨਾ ਤੇ ਉਹ ਵੀ ਬੰਦਾ ਨਾਲ ਓਨਾ ਹੀ ਭਾਗੀ ਹੁੰਦਾ। ਜੇ ਕੋਈ ਬੰਦਾ ਇਹ ਗੱਲ ਕਵੇ ਨਾ ਵੀ ਮੈਂ ਇਹ ਕੰਮ ਨਹੀਂ ਕੀਤਾ, ਪਰ ਜੇ ਤੂੰ ਉੱਥੇ ਬੈਠਿਆਂ ਸਲਾਹ ਦਿੱਤੀ ਹੈ ਤੇ ਤੂੰ ਵੀ ਓਨਾ ਹੀ ਭਾਗੀ ਹੈ ਜੇ ਤੂੰ ਸਲਾਹ ਦਿੱਤੀ ਹੈ। ਜੇ ਤੂੰ ਹਾਂ ਵਿੱਚ ਹਾਂ ਮਿਲਾਈ ਹੈ ਤੇ ਤੂੰ ਵੀ ਪਾਪ ਦਾ ਭਾਗੀ ਬਣਿਆ। ਜੇ ਤੂੰ ਵਿਰੋਧ ਨਹੀਂ ਕੀਤਾ, ਦੂਜਿਆਂ ਦੀ ਸਹਿਮਤੀ ਵੇਖ ਕੇ ਜਾਂ ਬਹੁਤੀ ਗਿਣਤੀ ਵੇਖ ਕੇ ਚੁੱਪ ਕਰ ਗਿਆ,
ਚਲੋ ਛੱਡੋ, ਮੈਂ ਕੀ ਲੈਣਾ, ਜੋ ਇਹ ਕਹਿੰਦੇ ਕਰੀ ਜਾਣ। ਤੇ ਮੁੜ ਕੇ ਬਾਅਦ ਵਿੱਚ ਆਖਿਆ ਮੈਨੂੰ ਤੇ ਪੁੱਛਿਆ ਹੀ ਕਿਸੇ ਨੇ ਨਹੀਂ, ਮੇਰੀ ਤੇ ਸਲਾਹ ਹੀ ਨਹੀਂ ਮੰਨੀ। ਇਹ ਤੂੰ ਕੇਵਲ ਆਪਣੇ ਮਨ ਨੂੰ ਧਰਵਾਸ ਹੀ ਦੇ ਰਿਹਾ, ਪਰ ਅਸਲ ਵਿੱਚ ਪਾਪ ਦਾ ਭਾਗੀ ਤੂੰ ਵੀ ਨਾਲ ਹੀ ਬਣਿਆ, ਓਨਾ ਹੀ ਹੈ ਕਿਉਂਕਿ ਬੋਲਿਆ ਨਹੀਂ। ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਨਾ ਸਰਹੰਦ ਦੇ ਵਿੱਚ, ਤੇ ਸਾਰਿਆਂ ਨੇ ਆਖਿਆ ਵੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਚਾਹੀਦਾ। ਸਾਰੇ ਇੱਕ ਪਾਸੇ ਹੋ ਗਿਆ, ਜਿੰਨੇ ਵਜ਼ੀਰ ਸਨ, ਜਿੰਨੇ ਨਵਾਬ ਸਨ, ਜਿੰਨੇ ਮੰਤਰੀ ਸਨ, ਸਾਰੇ ਇੱਕ ਪਾਸੇ। ਵਜ਼ੀਰ ਖਾਨ ਦੀ ਹਾਂ ਵਿੱਚ ਹਾਂ। ਪਰ ਮਲੇਰਕੋਟਲੇ ਦੇ ਨਵਾਬ ਨੇ ਆਖਿਆ ਨਹੀਂ, ਇਹ ਪਾਪ ਹੈ, ਇਹ ਗੁਨਾਹ ਹੈ, ਮੈਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ। ਹਾਂ ਦਾ ਨਾਅਰਾ ਉਹਨੇ ਮਾਰਿਆ, ਕਹਿਣ ਲੱਗਾ ਇਹ ਪਾਪ ਕਰਦੇ ਪੈ। ਹੁਣ ਗਿਣਤੀ ਬਹੁਤਿਆਂ ਦੀ ਇੱਕ ਪਾਸੇ ਆ, ਇਕੱਲਾ ਇੱਕ ਪਾਸੇ ਆ, ਪਤਾ ਤੇ ਮੰਨੀ ਨਹੀਂ ਜਾਣੀ, ਨਹੀਂ ਮੰਨੀ ਜਾਣੀ। ਨਾ ਮੰਨੋ ਪਰ ਇਤਿਹਾਸ ਵਿੱਚ ਮੇਰਾ ਨਾਂ ਰਵੇਗਾ ਵੀ ਮੈਂ ਆਖਿਆ ਸੀ ਵੀ ਨਹੀਂ। ਬਾਕੀਆਂ ਨੇ ਆਖਿਆ ਵੀ ਹੋਣਾ ਚਾਹੀਦਾ, ਹੋਇਆ ਉਹ, ਪਰ ਉਹਨੇ ਆਪਣੇ ਆਪ ਨੂੰ ਪਾਪ ਤੋਂ ਮੁਕਤ ਕਰ ਲਿਆ। ਜਦੋਂ ਖਾਲਸੇ ਨੇ ਫਿਰ ਰਾਜ ਕੀਤਾ ਨਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ, ਤੇ ਫਿਰ ਉਸ ਨਵਾਬ ਦੇ ਇਲਾਕੇ ਨੂੰ ਕੁਝ ਨਹੀਂ ਆਖਿਆ, ਕੇਵਲ ਇੰਨਾ ਹੀ ਕਿਹਾ ਵੀ ਇਹ ਤੁਸੀਂ ਪਾਪ ਕਰਦੇ ਪਏ, ਮੈਂ ਇਹਦੇ ਵਿੱਚ ਨਹੀਂ ਸਹਿਮਤੀ ਪ੍ਰਗਟ ਕਰਦਾ। ਇੰਨਾ ਬਚਨ ਕਹਿਣ ਦੇ ਨਾਲ ਆਪਣਾ ਇਲਾਕਾ ਬਚਾ ਗਿਆ, ਪਾਪ ਤੋਂ ਮੁਕਤ ਹੋ ਗਿਆ। ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਵੀ ਮੈਂ ਉੱਥੇ ਹੈ ਜ਼ਰੂਰ ਸੀ ਪਰ ਮੈਂ ਬੋਲਿਆ ਨਹੀਂ, ਜਾਂ ਮੈਂ ਉੱਥੇ ਬੋਲ ਨਹੀਂ ਸਕਿਆ। ਇਹ ਤੂੰ ਮਨ ਨੂੰ ਹੀ ਆਪਣੇ ਨੂੰ ਧਰਵਾਸ ਦਿੱਤੀ ਹੈ, ਪਾਪ ਦਾ ਭਾਗੀ ਤੇ ਤੂੰ ਹੀ ਹੈ। ਹੁਣ ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਤੇ ਜਹਾਂਗੀਰ ਬਾਦਸ਼ਾਹ ਕਰਨਾ ਚਾਹੁੰਦਾ, ਪਰ ਚੰਦੂ ਦੀਵਾਨ ਮੋਹਰਾ ਤੇ ਬਣਿਆ ਨਾ, ਅੱਗੇ ਲਾ ਕੇ ਕੰਮ ਤੇ ਕਰਦਾ ਪਿਆ ਨਾ। ਵਿੱਚ ਪੈ ਕੇ ਕੰਮ ਕਰਨਾ ਪਾਪ ਦਾ ਭਾਗੀ ਹੈ, ਪਰ ਜੇ ਤੇਰਾ ਮਨ ਵੀ ਵਿੱਚ ਹੋ ਗਿਆ ਨਾ, ਸਲਾਹ ਵੀ ਕਿਸੇ ਨੂੰ ਦੇਤੀ ਨਾ ਵੀ ਆਹ ਕੰਮ ਕਰ ਜਾਂ ਇਸ ਤਰ੍ਹਾਂ ਕਰ ਲਾ, ਕੰਮ ਪਾਪ ਦਾ, ਤੇ ਓਨਾ ਹੀ ਫਲ ਤੈਨੂੰ ਨਾਲ ਮਿਲਣਾ ਜਿੰਨੀ ਸਲਾਹ ਮਿਲੀ ਹੈ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਖਤ ਗੁਰਤਾ ਗੱਦੀ ਦੇ ਉੱਪਰ ਬਰਾਜੇ, ਸੰਗਤਾਂ ਨੇ ਨਮਸਕਾਰਾ ਕੀਤਾ ਆਪਣੇ 6ਵੇਂ ਗੁਰੂ ਨੂੰ। ਤੇ ਫਿਰ ਮਹਾਰਾਜ ਜੀਆਂ ਨੇ ਉੱਥੇ ਐਲਾਨ ਕੀਤਾ ਬੈਠਿਆਂ ਹੋਇਆਂ, ਕਹਿਣ ਲੱਗੇ ਗੁਰੂ ਕੀ ਸੰਗਤ, ਚੰਦੂ ਦੀਵਾਨ ਨੇ ਸਾਡੇ ਪਿਤਾ ਨੂੰ ਸ਼ਹੀਦ ਕਰਵਾਇਆ। ਕਾਰਨ ਕੋਈ ਵੀ ਤੇ ਕਈ ਹੋ ਸਕਦੇ, ਪਰ ਮੋਹਰਾ ਉਹ ਬਣਿਆ। ਅਸੀਂ ਭਰੀ ਜੁੜੀ ਸੰਗਤ ਵਿੱਚ ਇਹ ਬਚਨ ਕਰਦੇ ਹਾਂ ਵੀ ਚੰਦੂ ਦੇ ਨੱਕ ਵਿੱਚ ਨਕੇਲ ਪਾਵਾਂਗੇ, ਨੱਥ ਪਾਵਾਂਗੇ, ਤੇ ਜਿਸ ਲਾਹੌਰ ਦੇ ਵਿੱਚ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਉਹਦੀਆਂ ਗਲੀਆਂ ਵਿੱਚ ਉਸ ਨੂੰ ਘੁਮਾਇਆ ਜਾਏਗਾ ਤੇ ਮੂੰਹ ਉਹਦਾ ਕਾਲਾ ਕਰਾਂਗੇ। ਜਿਸ ਦਿੱਲੀ ਤਖਤ ਦਾ ਉਹ ਮਾਣ ਕਰਦਾ, ਦਿੱਲੀ ਦੀਆਂ ਗਲੀਆਂ ਵਿੱਚ ਵੀ ਘੁਮਾਵਾਂਗੇ। ਜਦੋਂ ਇਹ ਬਚਨ ਕੀਤਾ ਤੇ ਸਾਰੀ ਸੰਗਤ ਹੈਰਾਨ ਹੋ ਗਈ ਵੀ ਮਹਾਰਾਜ ਨੇ ਨਾ ਆਪਣੇ ਕੱਦ ਕਾਠ ਤੋਂ ਬਚਨ ਵੱਡਾ ਕਰ ਦਿੱਤਾ। ਉਮਰਾਂ ਛੋਟੀ ਹੈ, ਜਵਾਨੀ ਦਾ ਖੂਨ ਹੈ, ਜਵਾਨੀ ਦਾ ਜੋਸ਼ ਹੈ, ਬਚਨ ਵੱਡਾ ਕਰ ਦਿੱਤਾ। ਮਹਾਰਾਜ ਕਿਵੇਂ ਚੰਦੂ ਦੀਵਾਨ ਨੂੰ ਫੜ ਸਕਦੇ? ਸਮੇਂ ਦੇ ਬਾਦਸ਼ਾਹ ਦਾ ਉਹ ਖਾਸਮ ਖਾਸ ਵਜ਼ੀਰ ਹੈ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਇਸ ਵੇਲੇ ਕੁਝ ਵੀ ਨਹੀਂ ਹੈ, ਨਾ ਕੋਈ ਫੌਜ ਹੈ, ਨਾ ਕੋਈ ਹਥਿਆਰ ਹੈ। ਐਡੇ ਵੱਡੇ ਵਜ਼ੀਰ ਨੂੰ ਕਿਵੇਂ ਪਕੜ ਲੈਣਗੇ? ਕਿਵੇਂ ਇਹ ਨਕੇਲ ਪਾ ਸਕਦੇ? ਕਿਵੇਂ? ਜਦੋਂ ਕਿਸੇ ਦੀ ਬੜੀ ਹਵਾ ਉੱਚੀ ਹੁੰਦੀ ਹੈ ਨਾ, ਚੜ੍ਹਾਈ ਹੁੰਦੀ ਹੈ, ਚੜ੍ਹਦਾ ਸੂਰਜ ਹੁੰਦਾ, ਉਹਨੂੰ ਵੀ ਇਹ ਲੱਗਦਾ ਵੀ ਹੁਣ ਮੇਰਾ ਕੁਝ ਵਿਗਾੜ ਨਹੀਂ ਸਕਦਾ, ਪਰ ਸੂਰਜ ਛਿਪਣ ਲੱਗਿਆ ਟਾਈਮ ਕੋਈ ਨਹੀਂ ਲੱਗਦਾ। ਪਰਮਾਤਮਾ ਨੇ ਪਤਾ ਨਹੀਂ ਕਦੋਂ ਕੀ ਕਰ ਦੇਣਾ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਆਖੇ ਤੇ ਉਸ ਵੇਲੇ ਕਈਆਂ ਨੇ ਸ਼ੰਕਾ ਵੀ ਕੀਤਾ ਤੇ ਕਈਆਂ ਨੇ ਕਹਿ ਵੀ ਦਿੱਤਾ ਵੀ ਮਹਾਰਾਜ ਵੱਡੀਆਂ ਗੱਲਾਂ ਨਾ ਕਰੋ, ਇਸ ਤਰ੍ਹਾਂ ਹੋਣਾ ਨਹੀਂ, ਨਾ ਹੋ ਸਕਦਾ। ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਗੁਰੂ ਕੀ ਸੰਗਤ, ਦੂਜਾ ਬਚਨ ਸਾਡਾ ਇਹ ਹੈ, ਚੋਰ ਨੂੰ ਚੋਰੀ ਕਰਨ ਦਾ ਜਿੰਨਾ ਪਾਪ ਲੱਗਦਾ, ਠੱਗ ਨੂੰ ਠੱਗੀ ਮਾਰਨ ਦਾ ਜਿੰਨਾ ਪਾਪ ਲੱਗਦਾ, ਵੇਸਵਾ ਭੋਗਣ ਵਾਲੇ ਨੂੰ ਵੇਸਵਾ ਭੋਗ ਕੇ ਜਿੰਨਾ ਪਾਪ ਲੱਗਦਾ, ਕੁਕਰਮੀ ਨੂੰ ਕੁਕਰਮ ਕਰਨ ਦਾ ਜਿੰਨਾ ਪਾਪ ਲੱਗਦਾ, ਗਊ ਹੱਤਿਆ ਕਰਨ ਵਾਲੇ ਨੂੰ ਜਿੰਨਾ ਗਊ ਹੱਤਿਆ ਦਾ ਪਾਪ ਲੱਗਦਾ, ਕੰਨਿਆ ਮਾਰਨ ਵਾਲੇ ਨੂੰ ਜਿੰਨਾ ਕੰਨਿਆ ਮਾਰਨ ਦਾ ਪਾਪ ਲੱਗਦਾ, ਇਹ ਜਿੰਨੇ ਵੀ ਪਾਪ ਲੱਗਦੇ ਨੇ ਉਹ ਸਾਰੇ ਪਾਪ ਅਸੀਂ ਸਿਰ ਲਵਾਂਗੇ ਜੇ ਅਸੀਂ ਆਪਣਾ ਬਚਨ ਪੂਰਾ ਨਾ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਸੰਗਤ ਵਿੱਚ ਨਿਕਲੇ ਤੇ ਗੁਰਮੁਖੋ ਇੱਥੇ ਵੀ ਤੇ ਜਸੂਸ ਬੈਠੇ ਨਾ ਖਬਰਾਂ ਦੇਣ ਵਾਲੇ, ਤੇ ਖਬਰਾਂ ਪਹੁੰਚ ਗਈਆਂ ਦਿੱਲੀ ਚੰਦੂ ਦੇ ਕੋਲ ਵੀ ਚੰਦੂ ਤੇਰੀ ਸ਼ਾਮਤ ਆ ਗਈ ਹੈ। ਮਹਾਰਾਜ ਨੇ ਬਚਨ ਆਖਿਆ ਵੀ ਤੈਨੂੰ ਨਹੀਂ ਛੱਡਣਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਤੇ ਪਾਪੀ ਨੂੰ ਤੇ ਪਹਿਲਾਂ ਹੀ ਆਪਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਨਾ, ਝੂਠੇ ਨੂੰ, ਗੁਨਾਹਗਾਰ ਨੂੰ ਵੀ ਹੁਣ ਮੇਰੀ ਸ਼ਾਮਤ ਆਈ ਲਓ। ਫਿਰ ਇਹਨੇ ਆਪਣਾ ਬਚਾਅ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾਈਆਂ, ਸਕੀਮਾਂ ਘੜੀਆਂ, ਪਰ ਕਾਮਯਾਬ ਕੋਈ ਨਾ ਹੋਈ।
ਫਿਰ ਇੱਕ ਸਕੀਮ ਇਹ ਬਣਾਈ ਗਈ ਕਿ ਬਾਦਸ਼ਾਹ ਨੂੰ ਚੁੱਕਿਆ ਚੁਕਾਇਆ ਜਾਵੇ, ਬਾਦਸ਼ਾਹ ਦੇ ਮਨ ਵਿੱਚ ਭਰਮ ਪਾਇਆ ਜਾਏ। ਬਾਦਸ਼ਾਹ ਜਹਾਂਗੀਰ ਭਾਵੇਂ ਹੈ ਮੁਸਲਮਾਨ, ਪਰ ਅੱਧਾ ਕੁ ਵਿੱਚੋਂ ਹਿੰਦੂ ਵੀ ਹੈ, ਕਿਉਂਕਿ ਹਿੰਦੂ ਰਾਣੀ ਦੇ ਪੇਟੋਂ ਜਾਇਆ ਹੈ। ਮਾਂ ਹਿੰਦੂ ਹੈ, ਪਿਤਾ ਮੁਸਲਮਾਨ ਹੈ। ਤੇ ਕੁਝ ਨਾ ਕੋਈ ਤੇ ਯਕੀਨ ਕਰੇਗਾ ਨਾ ਭਰਮ ਦੇ ਉੱਪਰ, ਧਾਰਮਿਕ ਗ੍ਰੰਥਾਂ ਦੇ ਉੱਪਰ। ਤੇ ਇਸ ਚੰਦੂ ਨੇ ਨਾ ਫਿਰ ਬੰਦੇ ਖਰੀਦ ਲਏ, ਜਿਹੜੇ ਜੋਤਸ਼ੀ ਸਨ, ਪੰਡਤ ਸਨ, ਭਵਿੱਖਬਾਣੀ ਕਰਨ ਵਾਲੇ ਖਰੀਦ ਲੈ ਮਾਇਆ ਦੇ ਕੇ। ਮੂੰਹੋਂ ਮੰਗੀ ਮਾਇਆ ਦਿਆਂਗਾ, ਮੈਂ ਜੋ ਕਵਾਂਗਾ ਤੁਸੀਂ ਉਹ ਕਹਿਣਾ ਜਾ ਕੇ ਕਚਹਿਰੀ ਦੇ ਵਿੱਚ। ਤੇ ਇੱਕ ਦਿਨ ਕਚਹਿਰੀ ਲੱਗੀ ਹੋਈ ਹੈ ਤੇ ਉਸ ਵੇਲੇ ਗੱਲਬਾਤ ਸ਼ੁਰੂ ਹੋਈ। ਬਾਦਸ਼ਾਹ ਨੇ ਕੋਈ ਨਿੱਕਾ ਮੋਟਾ ਆਪਣਾ ਦੁੱਖ ਦੱਸਿਆ ਤੇ ਚੰਦੂ ਕਹਿਣ ਲੱਗਾ ਵੀ ਮੇਰੇ ਕੋਲ ਤੇ ਬੜੇ ਬੜੇ ਆਲਮ ਫਾਜ਼ਲ ਜੋਤਸ਼ੀ ਬੈਠੇ ਨੇ, ਪੰਡਤ ਬੈਠੇ, ਮੈਂ ਇਹਨਾਂ ਕੋਲੋਂ ਸਮਾਧਾਨ ਕਰਦਾ। ਤੇ ਬਾਦਸ਼ਾਹ ਉਸ ਵੇਲੇ ਕਹਿਣ ਲੱਗਾ ਦੁੱਖ ਜਿਹਨੂੰ ਲੱਗਾ ਹੋਵੇ ਨਾ ਉਹ ਫਿਰ ਯਕੀਨ ਤੇ ਕਰ ਹੀ ਲੈਂਦਾ ਨਾ, ਬਿਪਤਾ ਪਈ ਹੈ, ਦੁੱਖ ਪਿਆ। ਤੇ ਲਿਆਂਦੇ ਗਏ ਉਹ ਸਾਰੇ ਵਿਅਕਤੀ ਜਿਹੜੇ ਸਨ, ਉਹਨਾਂ ਨੇ 4 ਕੁ ਗ੍ਰੰਥ ਦੇ ਵਰਕੇ ਇੱਧਰ ਨੂੰ ਫੋਲੇ, 4 ਕੁ ਇੱਧਰ ਨੂੰ। ਗ੍ਰੰਥ ਮਾੜਾ ਨਹੀਂ ਹੁੰਦਾ, ਗ੍ਰੰਥ ਝੂਠਾ ਨਹੀਂ ਹੁੰਦਾ, ਗ੍ਰੰਥ ਪਖੰਡ ਨਹੀਂ ਕਰਦਾ, ਪਰ ਪੜ੍ਹਨ ਵਾਲੇ ਉਹ ਪਖੰਡ ਕਰ ਸਕਦੇ ਨੇ, ਉਹ ਭਰਮ ਪਾ ਸਕਦੇ, ਆਪਣੇ ਕੋਲੋਂ ਜੋ ਮਰਜ਼ੀ ਬਣਾ ਸਕਦੇ। ਤੇ ਪੜ੍ਹਨ ਵਾਲਿਆਂ ਨੇ ਆਖਿਆ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੇਰੇ ਤੇ ਸਾੜ ਸਤੀ ਆਈ ਹੈ, ਔਖਾ ਸਮਾਂ ਤੇਰੇ ਤੇ ਆ ਗਿਆ। ਜਿਹੜੀ ਸਾੜ ਸਤੀ ਹੈ ਨਾ ਗੁਰਮੁਖੋ, ਇਹਦਾ ਵਕਤ ਲਿਖਿਆ ਵਿਦਵਾਨਾਂ ਨੇ 7.5 ਮਿੰਟ ਦਾ ਸਮਾਂ। ਤੇ ਜੇ 7.5 ਮਿੰਟ ਵਿੱਚ ਨਹੀਂ ਕੁਝ ਗੱਲਬਾਤ ਬਣੀ ਹੈ, ਫਿਰ 7.5 ਘੰਟੇ ਦਾ ਸਮਾਂ, ਤੇ ਫਿਰ ਅੱਗੋਂ 7.5 ਦਿਨਾਂ ਦਾ, ਫਿਰ 7.5 ਮਹੀਨਿਆਂ ਦਾ, ਫਿਰ 7.5 ਸਾਲ ਦਾ। ਇਸ ਤਰ੍ਹਾਂ ਇਹ ਸਾੜ ਸਤੀ ਚੱਲਦੀ ਹੈ। ਹੁਣ ਸਵਾਲ ਉਹ ਦੱਸਿਆ ਗਿਆ ਜਿਹਦੇ ਵਿੱਚ ਸਮੇਂ ਦੀ ਪਾਬੰਦੀ ਨਾ ਹੋਵੇ, ਕਿਉਂਕਿ ਸਾੜ ਸਤੀ ਜਿਹੜੀ ਹੈ ਬਾਦਸ਼ਾਹ ਨੂੰ ਕਹਿ ਦਿਆਂਗੇ ਬਾਦਸ਼ਾਹ ਜੇ ਘੰਟਿਆਂ ਵਿੱਚ ਨਹੀਂ ਆਈ ਤੇ ਦਿਨਾਂ ਵਿੱਚ ਆ ਜਾਏਗੀ, ਦਿਨਾਂ 'ਚ ਨਹੀਂ ਆਈ ਤੇ ਮਹੀਨਿਆਂ 'ਚ ਆ ਜਾਏਗੀ, ਮਹੀਨਿਆਂ 'ਚ ਨਹੀਂ ਆਈ ਤੇ ਸਾਲਾਂ 'ਚ ਵੀ ਆ ਸਕਦੀ ਹੈ। ਭਾਵ ਇਹ ਆ ਵੀ 7.5-8 ਸਾਲ ਮਹਾਰਾਜ ਨੂੰ ਕੈਦ ਕਰਨ ਦਾ ਪੂਰਾ ਪ੍ਰੋਗਰਾਮ ਬਣਾਇਆ ਚੰਦੂ ਦੀਵਾਨ ਨੇ, ਵੀ ਇੰਨਾ ਚਿਰ ਉੱਥੇ ਰੱਖਾਂਗੇ, ਇੰਨੇ ਚਿਰ 'ਚ ਬਾਦਸ਼ਾਹ ਨੂੰ ਭੁੱਲ ਜਾਣਾ, ਗੁਰੂ ਨੂੰ ਅਸੀਂ ਮਾਰ ਦੇਣਾ। ਕੀ ਕੀਤਾ ਜਾਵੇ? ਬਾਦਸ਼ਾਹ ਨੇ ਸਮਾਧਾਨ ਪੁੱਛਿਆ ਵੀ ਇਹਦਾ ਉਪਾਅ ਕੀ ਹੈ? ਕਹਿੰਦੇ ਉਪਾਅ ਇਹ ਹੈ, ਗੁਰੂ ਹਰਗੋਬਿੰਦ ਪਾਤਸ਼ਾਹ, ਸਿੱਧਾ ਨਾਂ ਤੇ ਨਹੀਂ ਲਿਆ। ਭਾਈ ਸੰਤੋਖ ਸਿੰਘ ਜੀਆਂ ਨੇ ਬੜਾ ਸੋਹਣਾ ਇਤਿਹਾਸ ਵਿੱਚ ਜ਼ਿਕਰ ਕੀਤਾ, ਸਿੱਧਾ ਨਾਮ ਤੇ ਨਹੀਂ ਲਿਆ, ਪਰ ਨਿਸ਼ਾਨੀਆਂ ਸਾਰੀਆਂ ਹੀ ਦੱਸ ਦਿੱਤੀਆਂ ਵੀ ਇੱਦਾਂ ਦਾ ਕੱਦ ਕਾਠ ਹੋਵੇ, ਇਹੋ ਜਿਹਾ ਨਾਮ ਹੋਵੇ, ਇਹੋ ਜਿਹਾ ਖਾਨਦਾਨ ਹੋਵੇ, ਇਹੋ ਜਿਹਾ ਉਹਦਾ ਪ੍ਰਤਾਪ ਹੋਵੇ, ਸਾਰੇ ਲੱਛਣ ਗੁਰੂ ਹਰਗੋਬਿੰਦ ਪਾਤਸ਼ਾਹ ਦੇ। ਜਦੋਂ ਦੱਸੇ ਤੇ ਦੂਜਾ ਵਜ਼ੀਰ ਇੱਕ ਹੋਰ ਸਿਖਾਇਆ ਹੋਇਆ ਬੈਠਾ ਸੀ, ਉਹਨੇ ਆਖਿਆ ਵੀ ਇਹ ਸਾਰੇ ਲੱਛਣ ਗੁਰੂ ਹਰਗੋਬਿੰਦ ਪਾਤਸ਼ਾਹ ਵਿੱਚ ਨੇ। ਤੇ ਬਾਦਸ਼ਾਹ ਨੇ ਫਿਰ ਸਤਿਗੁਰਾਂ ਨੂੰ ਬੁਲਾਇਆ ਦਿੱਲੀ ਦੇ ਵਿੱਚ, ਕਹਿਣ ਲੱਗਾ ਮਹਾਰਾਜ ਮੇਰੇ ਤੇ ਸਾੜ ਸਤੀ ਆਈ ਹੈ, ਉਹ ਟਲਣੀ ਤਾਂ ਹੈ ਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੈਠ ਕੇ ਮੇਰੇ ਨਾਂ ਦੀ ਤਸਬੀਹ ਫੇਰੋ, ਮਾਲਾ ਫੇਰੋ, ਮੇਰੇ ਨਾਂ ਦਾ ਜਾਪ ਕਰੋ ਤੇ ਮਹਾਰਾਜ ਜ਼ਿੰਦਗੀ ਬਚਾ ਦਿਓ। ਜਦੋਂ ਮਹਾਰਾਜ ਨੇ ਸੁਣੇ ਨਾ ਬਚਨ ਤੇ ਮਹਾਰਾਜ ਹੱਸ ਪਏ। ਜਦੋਂ ਸਤਿਗੁਰੂ ਹੱਸੇ ਤੇ ਜਹਾਂਗੀਰ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਕੀ ਕਾਰਨ ਹੈ, ਆਪ ਜੀ ਹੱਸ ਕਿਉਂ ਪਏ? ਮਹਾਰਾਜ ਕਹਿਣ ਲੱਗੇ ਬਾਦਸ਼ਾਹ ਸਾੜ ਸਤੀ ਤੇਰੇ ਤੇ ਨਹੀਂ ਆਈ ਹੈ, ਪਰ ਜਿਹਦੇ ਤੇ ਆਈ ਹੈ ਨਾ ਉਹਨੂੰ ਲੈ ਕੇ ਜਾਏਗੀ, ਛੱਡੇਗੀ ਉਹਨੂੰ ਕੋਈ ਨਹੀਂ। ਜਿਹਦੇ ਤੇ ਆਈ ਹੈ ਨਾ ਉਹਦੇ ਤੇ ਇਹ ਭੋ ਕੇ ਉਹਨੂੰ ਜਾਏਗੀ। ਚੰਦੂ ਦੀਵਾਨ ਵੱਲੇ ਇਸ਼ਾਰਾ ਮਹਾਰਾਜ ਨੇ ਕੀਤਾ ਵੀ ਭਾਵੇਂ ਜੋ ਮਰਜ਼ੀ ਪਾਪੜ ਵੇਲ ਲਵੇ, ਛੱਡਣਾ ਇਹਨੂੰ ਕੋਈ ਨਹੀਂ ਹੈ। ਸਤਿਗੁਰਾਂ ਨੇ ਬਚਨ ਮੰਨਿਆ, ਬਾਦਸ਼ਾਹ ਦੀ ਬੇਨਤੀ ਮੰਨੀ, ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਪਹੁੰਚੇ। ਚੰਦੂ ਬੜਾ ਖੁਸ਼ ਹੋਇਆ। ਉੱਥੇ ਇੱਕ ਦਰੋਗਾ ਰਹਿੰਦਾ, ਦਰੋਗੇ ਨੂੰ ਉਸ ਵੇਲੇ ਇਨਾਮ ਖਨਾਮ ਭੇਜੇ ਗਏ। ਦਰੋਗਿਆ ਸਤਿਗੁਰੂ ਆ ਗਿਆ ਤੇਰੀ ਕੈਦ ਵਿੱਚ, ਮਰਵਾ ਦੇ ਮਹਾਰਾਜ ਨੂੰ ਜਿਵੇਂ ਮਰਜ਼ੀ, ਭਾਵੇਂ ਖਾਣੇ ਵਿੱਚ ਜ਼ਹਿਰ ਪਾ ਦੇ, ਭਾਵੇਂ ਸੁੱਤਿਆ ਹੋਇਆਂ ਕਤਲ ਕਰਵਾ ਦੇ। ਇੱਥੋਂ ਤੱਕ ਕਿ ਚੰਦੂ ਦੀਵਾਨ ਨੇ ਇੱਕ ਇੰਨੀ ਸੋਹਣੀ ਪੁਸ਼ਾਕ ਬਣਾਈ, ਪੁਸ਼ਾਕ ਦੇ ਵਿੱਚ ਜ਼ਹਿਰ ਲਾਇਆ ਗਿਆ ਵੀ ਆਹ ਕੱਪੜੇ ਮਹਾਰਾਜ ਨੂੰ ਪਵਾ ਦਿਓ, ਜ਼ਹਿਰ ਵਾਲੇ ਕੱਪੜੇ ਪਾਉਣਗੇ ਤੇ ਇੱਥੇ ਤਨ ਛੱਡ ਜਾਣਗੇ। ਪਰ ਉਹ ਜਿਹੜਾ ਦਰੋਗਾ ਹੈ ਨਾ ਅਬਦੁਲ ਖਾਨ, ਉਹ ਮਹਾਰਾਜ ਦਾ ਸ਼ਰਧਾਲੂ ਬਣ ਗਿਆ। ਉਹਨੇ ਫਿਰ ਅੱਗੋਂ ਜਵਾਬ ਦਿੱਤਾ ਵਜ਼ੀਰ ਖਾਨ ਨੂੰ, ਉਹਨੇ ਜਵਾਬ ਦਿੱਤਾ ਚੰਦੂ ਦੀਵਾਨ ਨੂੰ, ਕਹਿਣ ਲੱਗੇ ਚੰਦੂ ਮੈਂ ਗੁਰੂ ਦਾ ਸਿੱਖ ਹਾਂ, ਸ਼ਰਧਾਲੂ ਬਣ ਗਿਆ, ਗੁਰੂ ਨੂੰ ਆਪਣਾ ਮੈਂ ਬਣਾ ਲਿਆ। ਹੁਣ ਤੇ ਜਿੰਨਾ ਚਿਰ ਮੇਰੀ ਜਾਨ ਵਿੱਚ ਜਾਨ ਹੈ ਨਾ ਉਹਨਾਂ ਚਿਰ ਤੇ ਕੁਝ ਨਹੀਂ ਹੋਵੇਗਾ, ਮੇਰੇ ਮਨ ਤੋਂ ਮਗਰੋਂ ਤੂੰ ਕੁਝ ਕਰ ਲਵੇਂ ਤੇ ਵੱਖਰੀ ਗੱਲ ਹੈ।
ਸਤਿਗੁਰੂ ਜੀ ਦੇ ਵਾਸਤੇ ਸਾਰੀ ਸਮੱਗਰੀ, ਇਹ ਦਰੋਗਾ ਜਿਹੜਾ ਇੱਥੋਂ ਦਾ ਨਿਗਰਾਨ ਹੈ ਨਾ ਕਿਲੇ ਦਾ, ਨਿਗਰਾਨੀ ਕਰਨ ਵਾਲਾ, ਸਾਰੀ ਸਮੱਗਰੀ ਲਿਆ ਕੇ ਮਹਾਰਾਜ ਦੀ ਸੇਵਾ ਕਰਦਾ। ਦੋਵੇਂ ਟਾਈਮ ਦੀਵਾਨ ਸਜਦਾ। ਬੜੇ ਸੋਹਣੇ ਲੰਗਰ ਪ੍ਰਸ਼ਾਦੇ ਜਿੰਨੇ ਉੱਥੇ ਕੈਦੀ ਸਾਰਿਆਂ ਨੂੰ ਮਿਲਦੇ। ਅੱਜ ਵੀ ਤੁਸੀਂ ਗਵਾਲੀਅਰ ਜਾਂਦੇ ਹੋ, ਵੱਡੇ ਵੱਡੇ ਥੰਮ ਉਸ ਕਿਲੇ ਦੇ ਵਿੱਚ ਬਣੇ ਹੋਏ, ਉਹਨਾਂ ਥੰਮਾਂ ਦੇ ਨਾਲ ਉਹਨਾਂ ਰਾਜਿਆਂ ਨੂੰ ਸੰਗਲ ਮਾਰ ਕੇ ਬੰਨ੍ਹਿਆ ਜਾਂਦਾ। ਇੱਕ ਛੋਟਾ ਜਿਹਾ ਤਲਾਬ ਹੈ, ਉਹਦੇ ਵਿੱਚ ਗੰਦਾ ਕੰਕਰੀਟ ਪਾਣੀ ਭਰਿਆ ਹੋਇਆ, ਉਹਦੇ ਵਿੱਚੋਂ ਹੀ ਨਹਾਉਣਾ ਪੈਂਦਾ, ਉਹਦੇ ਵਿੱਚੋਂ ਹੀ ਕਿਰਿਆ ਕਰਨੀ ਪੈਂਦੀ, ਉਹਦੇ ਵਿੱਚੋਂ ਹੀ ਪਾਣੀ ਪੀਣਾ ਪੈਂਦਾ। ਐਸੀ ਨਰਕਾਂ ਵਾਲੀ ਜ਼ਿੰਦਗੀ ਉਹਨਾਂ ਰਾਜਿਆਂ ਨੂੰ ਉੱਥੇ ਮਿਲਦੀ ਪਈ ਹੈ। ਜਿਹੜਾ ਉਸ ਕਿਲੇ ਵਿੱਚ ਚਲੇ ਜਾਂਦਾ ਉਹਦਾ ਪਿੰਜਰ ਹੀ ਬਾਹਰ ਨਿਕਲਦਾ, ਸਰੀਰ ਜਿਉਂਦਾ ਬਾਹਰ ਨਹੀਂ ਨਿਕਲਦਾ। ਉਹ ਕੱਲਾ ਕਿਲਾ ਨਹੀਂ ਹੈ, ਮੌਤ ਦਾ ਖੂਹ ਹੈ। ਜਿਹੜਾ ਚਲੇ ਗਿਆ ਉਹ ਮਰ ਗਿਆ ਉੱਥੇ ਜਾ ਕੇ। ਸਤਿਗੁਰੂ ਦੀਵਾਨ ਸਜਾਉਂਦੇ, ਲੰਗਰ ਪ੍ਰਸ਼ਾਦੇ ਬੜੇ ਸੋਹਣੇ ਬਣਦੇ, ਰਾਜਿਆਂ ਨੂੰ ਜ਼ਿੰਦਗੀ ਮਿਲ ਗਈ। ਵਿਚਾਰਿਆਂ ਦੇ ਵਾਲ ਖੁੱਲ੍ਹੇ ਹੋਏ ਅਤੇ ਜੂਆਂ ਸਿਰ ਵਿੱਚ ਪਈਆਂ ਹੋਈਆਂ, ਕੱਪੜੇ ਗਲ ਦੇ ਪਾਟੇ ਹੋਏ, ਭਿਖਾਰੀਆਂ ਤੋਂ, ਕਮਲਿਆਂ ਤੋਂ ਮਾੜਾ ਹਾਲ ਉਹਨਾਂ ਰਾਜਿਆਂ ਦਾ। ਸਤਿਗੁਰਾਂ ਦੇ ਜਾਣ ਕਰਕੇ ਸਾਰਿਆਂ ਦੀ ਜ਼ਿੰਦਗੀ ਸੌਰ ਗਈ। ਸਾਰਿਆਂ ਨੂੰ ਸਭ ਕੁਝ ਲੋੜੀਂਦਾ ਜਿਹੜਾ ਸੀ ਉਹ ਪ੍ਰਾਪਤ ਹੋਣ ਲੱਗ ਪਿਆ। ਪਰ ਚੰਦੂ ਦਿਨੋਂ ਦਿਨ ਖੁਸ਼ ਹੈ, ਮਹਾਰਾਜ ਨੂੰ ਬਾਹਰ ਨਹੀਂ ਆਉਣ ਦੇਣਾ। ਜਿੰਨੇ ਜਹਾਂਗੀਰ ਦੇ ਵਜ਼ੀਰ ਨੇ ਸਾਰਿਆਂ ਨੂੰ ਇਹ ਗੱਲ ਕਹੀ ਗਈ ਵੀ ਬਾਦਸ਼ਾਹ ਦੇ ਕੋਲ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਲ ਕਰਨੀ ਕੋਈ ਨਹੀਂ ਹੈ, ਤੇ ਨਾ ਗਵਾਲੀਅਰ ਦੇ ਕਿਲੇ ਦੀ ਗੱਲ ਕਰਨੀ ਹੈ, ਕਿਤੇ ਬਾਦਸ਼ਾਹ ਨੂੰ ਯਾਦ ਨਾ ਆ ਜਾਵੇ। ਇੱਧਰੋਂ ਮਾਤਾ ਗੰਗਾ ਜੀਆਂ ਨੇ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ, ਕਹਿਣ ਲੱਗੇ ਜਾਓ ਪੁੱਤਰ ਦੀ ਖਬਰ ਲਿਆਓ ਤੇ ਨਾਲੇ ਉਹਨਾਂ ਨੂੰ ਯਾਦ ਕਰਵਾਓ। ਬਾਬਾ ਬੁੱਢਾ ਸਾਹਿਬ ਜੀ ਆ ਕੇ ਮਿਲੇ, ਵੇਖਿਆ ਸਾਰਾ ਕੁਝ ਵੀ ਕਿਲਾ ਬੜਾ ਵੱਡਾ ਹੈ, ਕੁਝ ਨਾ ਕੁਝ ਕੌਤਕ ਵਰਤਾਉਣਾ ਪਵੇਗਾ। ਤੇ ਉਸ ਵੇਲੇ ਫਿਰ ਦੋ ਗੁਰੂ ਕੇ ਸਿੱਖ ਬਾਬਾ ਬੁੱਢਾ ਸਾਹਿਬ ਦੀ ਆਗਿਆ ਲੈ ਕੇ ਰਾਤ ਨੂੰ ਸ਼ੇਰ ਬਣ ਕੇ ਤੇ ਜਹਾਂਗੀਰ ਦੀ ਛਾਤੀ ਦੇ ਉੱਪਰ ਆ ਕੇ ਚੜ੍ਹੇ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਜੇ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਕਰਾਮਾਤ ਵਿਖਾਈ ਹੈ ਤੇ ਸਤਿਗੁਰੂ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਕਹਿਣ ਲੱਗੇ ਉਹ ਬਾਅਦ ਵਿੱਚ ਵੇਖਾਂਗੇ, ਪਹਿਲਾਂ ਜਿਹੜਾ ਕੰਮ ਕਰਨਾ ਉਹ ਕਰੀਏ। ਜਦੋਂ ਛਾਤੀ ਤੇ ਚੜ੍ਹੇ ਤੇ ਬਾਦਸ਼ਾਹ ਡਰ ਕੇ ਭੱਜ ਕੇ ਬੈੱਡ ਦੇ ਕੋਨੇ ਤੇ ਜਾ ਕੇ ਇਕੱਠਾ ਹੋ ਕੇ ਬੈਠ ਗਿਆ। ਜਦੋਂ ਸ਼ੇਰ ਅੱਗੇ ਨੂੰ ਵੱਧਦੇ ਨੇ, ਇਹਦੇ ਮੁੱਖੋਂ ਸੁਭਾਵਕ ਹੀ ਨਿਕਲਿਆ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਰੱਖਿਆ ਕਰੋ। ਕਿਉਂਕਿ ਉਹਦੇ ਮਨ ਵਿੱਚ ਡਰ ਸੀ ਨਾ ਵੀ ਸਾੜ ਸਤੀ ਆ ਗਈ ਹੈ ਮੈਨੂੰ ਮਾਰਨ ਵਾਸਤੇ, ਤੇ ਗੁਰੂ ਮੇਰੀ ਥਾਂ ਤੇ ਗਿਆ ਤਸਬੀਹ ਫੇਰਨ ਵਾਸਤੇ, ਗੁਰੂ ਨੂੰ ਯਾਦ ਕਰਾਂ। ਸਤਿਗੁਰਾਂ ਦੀ ਮਹਿਮਾ ਜਾਣ ਗਿਆ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਮ ਲੈਂਦਾ, ਸ਼ੇਰ ਥੱਲੇ ਉਤਰ ਜਾਂਦੇ। ਜਦੋਂ ਫਿਰ ਸੌਣ ਲੱਗਦਾ ਫਿਰ ਛਾਤੀ ਤੇ ਆ ਚੜ੍ਹਦੇ। ਇੱਕ ਰਾਤ ਇਸੇ ਤਰ੍ਹਾਂ ਲੰਘੀ ਹੈ, ਦੂਜੀ ਰਾਤ ਫਿਰ ਪਈ ਹੈ, ਕੋਈ ਨਹੀਂ ਗੌਲਿਆ ਇਸਨੇ, ਪਤਾ ਨਹੀਂ ਮੇਰੇ ਨਾਲ ਕੀ ਹੋਇਆ। ਦੂਜੀ ਰਾਤ ਫਿਰ ਬਣੀ ਹੈ, ਫਿਰ ਗੁਰੂ ਕੇ ਸਿੱਖ ਜਦੋਂ ਚੜ੍ਹੇ ਨਾ ਇਹਦੀ ਛਾਤੀ ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਹੜੇ ਹਨ ਡਰਾਵਾ ਦਿੰਦੇ ਪਏ ਨਾ ਵੀ ਡਰ ਜਾਵੇ, ਤੇ ਡਰ ਕੇ ਇਹ ਪੁੱਛੇ ਵੀ ਕਿਉਂ ਮੈਨੂੰ ਡਰ ਆਉਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਮ ਲੈਂਦਾ, ਸ਼ੇਰ ਥੱਲੇ ਉਤਰ ਜਾਂਦੇ, ਨਹੀਂ ਤੇ ਇਸ ਨੂੰ ਡਰਾਉਂਦੇ। ਅਗਲੇ ਦਿਨ ਦਾ ਦੀਵਾਨ ਸਜਾਇਆ, ਇਸਨੇ ਕਚਹਿਰੀ ਲਾਈ ਹੈ, ਬੜੇ ਬੜੇ ਪੰਡਤ ਤੇ ਜੋਤਸ਼ੀ ਬੁਲਾਏ। ਆਪਣੇ ਸੁਪਨੇ ਬਾਰੇ ਦੱਸਦਾ ਵੀ ਕੋਈ ਬੰਦਾ ਮੈਨੂੰ ਇਹ ਦੱਸੇ ਵੀ ਰਾਤ ਨੂੰ ਮੈਨੂੰ ਸੁਪਨਾ ਕੀ ਆਇਆ ਸੀ, ਕੋਈ ਮੈਨੂੰ ਇਹ ਦੱਸੇ ਵੀ ਇਹਦਾ ਸਮਾਧਾਨ ਕੀ ਹੋ ਸਕਦਾ ਹੈ। ਬੜੇ ਬੜੇ ਜੋਤਸ਼ੀ ਆਏ, ਆਪੋ ਆਪਣੇ ਸਾਰੇ ਦੱਸਦੇ, ਪਰ ਅਸਲੀ ਗੱਲ ਕੋਈ ਨਹੀਂ ਬੁੱਝ ਸਕਿਆ ਵੀ ਗੱਲ ਕੀ ਹੈ। ਤੇ ਜਿਹੜੇ ਗੁਰੂ ਕੇ ਸਿੱਖ ਰਾਤ ਨੂੰ ਸ਼ੇਰ ਬਣ ਕੇ ਚੜ੍ਹੇ ਨਾ, ਉਹਨਾਂ ਵਿੱਚੋਂ ਇੱਕ ਜੋਤਸ਼ੀ ਬਣ ਕੇ ਆ ਗਿਆ। ਕਹਿਣ ਲੱਗੇ ਬਾਦਸ਼ਾਹ ਮੈਂ ਦੱਸਦਾ ਵੀ ਤੇਰੇ ਨਾਲ ਕੀ ਹੋਇਆ। ਬਾਦਸ਼ਾਹ ਕਹਿਣ ਲੱਗਾ ਦੱਸੋ। ਇਕੱਲੇ ਨੂੰ ਲਿਆ ਕੇ ਦੱਸਿਆ ਵੀ ਤੇਰੀ ਛਾਤੀ ਤੇ ਰਾਤੀ ਸ਼ੇਰ ਚੜ੍ਹੇ ਆ ਕੇ। ਬਾਦਸ਼ਾਹ ਹੈਰਾਨ ਵੀ ਵਾਕਿਆ ਹੀ ਚੜ੍ਹੇ ਨੇ, ਪਰ ਬਾਦਸ਼ਾਹ ਕਹਿੰਦਾ ਵੀ ਮੈਨੂੰ ਕਿਹਾ ਕੁਝ ਨਹੀਂ ਉਹਨਾਂ ਨੇ। ਤਾਂ ਉਸ ਕਹਿਣ ਲੱਗਾ, ਜੋਤਸ਼ੀ ਕਹਿਣ ਲੱਗਾ ਕਹਿਣਾ ਕੀ ਹੈ, ਤੂੰ ਸ਼ੇਰਾਂ ਤੋਂ ਬਚਣ ਵਾਸਤੇ ਕੀ ਕੀਤਾ ਸੀ। ਬਾਦਸ਼ਾਹ ਕਹਿਣ ਲੱਗਾ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਂ ਲਿਆ। ਤੇ ਜੋਤਸ਼ੀ ਕਹਿਣ ਲੱਗਾ ਫਿਰ ਗੁਰੂ ਹੈ ਕਿੱਥੇ। ਕਹਿੰਦੇ ਜੀ ਗਵਾਲੀਅਰ ਦੇ ਕਿਲੇ ਵਿੱਚ। ਕਹਿੰਦੇ ਫਿਰ ਯਾਦ ਕਰਵਾਓ ਨਾ, ਜਿਸ ਗੁਰੂ ਦਾ ਨਾਮ ਲੈ ਕੇ ਤੂੰ ਸ਼ੇਰਾਂ ਕੋਲੋਂ ਯਾਦ ਹੋਇਆ, ਉਸ ਗੁਰੂ ਨੂੰ ਤੂੰ ਕਿਲੇ ਵਿੱਚ ਬੰਦ ਕਰਕੇ ਬੈਠਾ। ਤੇ ਜੇ ਤੂੰ ਯਾਦ ਨਾ ਉਹਨਾਂ ਨੂੰ ਕਰਵਾਇਆ ਤੇ ਸ਼ੇਰ ਜੇ ਹੁਣ ਆ ਗਏ ਤੇ ਉਹਨਾਂ ਨੇ ਡਰਾ ਕੇ ਨਹੀਂ ਜਾਣਾ, ਤੈਨੂੰ ਖਾ ਹੀ ਜਾਣਾ ਉਹਨਾਂ ਨੇ। ਪਰ ਇਹ ਕੰਮ ਤੈਨੂੰ ਕਰਨਾ ਪੈਣਾ। ਤੇਰੇ ਵਜ਼ੀਰ ਭਾਵੇਂ ਤੈਨੂੰ ਰੋਕੀ ਜਾਣ, ਜੋ ਮਰਜ਼ੀ ਕਹੀ ਜਾਣ, ਜਿਹੜੀ ਮਰਜ਼ੀ ਤੈਨੂੰ ਸ਼ਰਤ ਮੰਨਣੀ ਪਵੇ, ਮੰਨ ਕੇ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਕਢਾਓ। ਇਹ ਸਿੱਖ ਜੋਤਸ਼ੀ ਬਣ ਕੇ ਆਇਆ, ਇੰਨੀ ਗੱਲ ਕਹਿ ਕੇ ਚਲਾ ਗਿਆ। ਬਾਦਸ਼ਾਹ ਨੇ ਅਗਲੇ ਦਿਨ ਦੀ ਕਚਹਿਰੀ ਲਾਈ ਹੈ, ਵਜ਼ੀਰ ਬੁਲਾਏ, ਕਹਿਣ ਲੱਗਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਛੇਤੀ ਛੇਤੀ ਰਿਹਾ ਕਰੋ।
ਤੇ ਜਿਹੜੇ ਵਜ਼ੀਰ ਵਿਕੇ ਹੋਏ ਸਨ ਚੰਦੂ ਦੇ, ਉਹਨਾਂ ਨੇ ਬੜੇ ਦਾ ਪੇਚ ਖੇਲੇ, ਪਰ ਬਾਦਸ਼ਾਹ ਡਰਿਆ ਹੀ ਇੰਨਾ ਸੀ, ਉਹਨੇ ਕਿਸੇ ਦੀ ਗੱਲ ਹੀ ਨਹੀਂ ਮੰਨੀ। ਕਹਿਣ ਲੱਗਾ ਮੇਰਾ ਹੁਕਮ ਮੰਨਿਆ ਜਾਵੇ ਬਸ। ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਸੁਨੇਹਾ ਪਹੁੰਚਾ। ਦਰੋਗੇ ਨੇ ਆਖਿਆ ਮਹਾਰਾਜ ਆਪ ਜੀ ਦੀ ਰਿਹਾਈ ਦੇ ਜਿਹੜੇ ਹਨ ਹੁਕਮ ਆ ਗਏ। ਸਤਿਗੁਰੂ ਜਦੋਂ ਉੱਠ ਕੇ ਚੱਲਣ ਲੱਗੇ, ਰਾਜਿਆਂ ਨੇ ਚਰਨ ਫੜ ਲਏ, ਮਹਾਰਾਜ ਕਿਰਪਾ ਕਰੋ, ਤੁਹਾਡੇ ਨਾਲ ਸਾਨੂੰ ਜੀਵਨ ਦਾਨ ਮਿਲਿਆ, ਆਪ ਜੀ ਚੱਲਿਓ, ਸਾਡਾ ਕੀ ਬਣੇਗਾ। ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਉੱਥੋਂ ਸੁਨੇਹਾ ਭੇਜਿਆ ਗਵਾਲੀਅਰ ਦੇ ਕਿਲੇ ਵਿੱਚੋਂ, ਬਾਦਸ਼ਾਹ ਰਾਜੇ ਵੀ ਨਾਲ ਛੱਡਣੇ ਪੈਣਗੇ ਤਾਂ ਅਸੀਂ ਬਾਹਰ ਨਿਕਲਾਂਗੇ। ਉਹ ਸੁਨੇਹਾ ਬਾਦਸ਼ਾਹ ਕੋਲ ਪਹੁੰਚਾ। ਹੁਣ ਬਾਦਸ਼ਾਹ ਡਰਦਾ ਵੀ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਛੱਡਦਾ ਨਹੀਂ ਤੇ ਸ਼ੇਰ ਖਾਂਦੇ ਨੇ, ਜੇ ਛੱਡਦਾ ਤੇ ਇੰਨੇ ਰਾਜੇ ਕੈਦ ਕੀਤੇ ਉਹ ਸਾਰੇ ਬਾਗੀ ਹੋ ਜਾਣਗੇ ਤੇ ਮੁਸੀਬਤ ਦੇਸ਼ ਵਿੱਚ ਉਸ ਵੇਲੇ ਗਦਰ ਮੱਚ ਜਾਏਗਾ। ਸਾਰੀ ਸਲਾਹ ਕਰਨ ਤੋਂ ਮਗਰੋਂ ਫਿਰ ਰਾਜਨੀਤੀ ਦਾ ਪੈਤੜਾ ਖੇਲਿਆ। ਕਹਿਣ ਲੱਗਾ ਮਹਾਰਾਜ ਤੁਹਾਡੇ ਚੋਲੇ ਦੀ ਕਲੀ ਫੜ ਕੇ ਜਿੰਨੇ ਨਿਕਲਦੇ ਉਹਨੇ ਬਾਹਰ ਕੱਢ ਲਓ। ਮਨ ਵਿੱਚ ਸੋਚਦਾ ਵੀ 2-4 ਮਹਾਰਾਜ ਬਾਹਰ ਕੱਢ ਲੈਣਗੇ। ਮਹਾਰਾਜ ਨੇ ਚੋਲਾ ਸਵਾਇਆ। ਉਹ ਜਿਹੜਾ ਦਰੋਗਾ ਸੀ ਨਾ, ਮਹਾਰਾਜ ਕਹਿੰਦੇ ਜਾ ਦਰੋਗਿਆ, ਜਿੰਨੇ ਰਾਜੇ ਨੇ ਉਨੀਆਂ ਕਲੀਆਂ ਵਾਲਾ ਚੋਲਾ ਬਣਾ ਕੇ ਹਾਜ਼ਰ ਕਰੋ। ਤੇ ਉਹ ਦਰੋਗੇ ਨੇ ਝਾਟੀ ਉਹ ਚੋਲਾ ਤਿਆਰ ਕਰਵਾਇਆ। ਮਹਾਰਾਜ ਨੇ ਇੱਕ ਇੱਕ ਕਲੀ ਫੜਾਈ। ਰਾਜੇ 52 ਰਾਜੇ ਜਦੋਂ ਮਹਾਰਾਜ ਉਹਨਾਂ ਨੂੰ ਮੁਕਤ ਕਰਨ ਲੱਗੇ, ਉੱਥੇ ਹੋਰ ਵੀ ਕਈ ਇਲਾਕਿਆਂ ਦੇ ਲੋਕ ਜਿਹੜੇ ਸਨ, ਜਿਹੜੇ ਆਪਣੀ ਕੌਮ ਵਾਸਤੇ ਲੜਦੇ, ਆਪਣੇ ਹੱਕਾਂ ਵਾਸਤੇ ਲੜਦੇ, ਬਾਦਸ਼ਾਹ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਅੱਤਵਾਦੀ ਕਹਿ ਦਿੰਦੀਆਂ ਕਿਉਂਕਿ ਹੱਕ ਵਾਸਤੇ ਲੜਦਾ ਪਿਆ। ਇਹੋ ਜਿਹੇ ਅੱਤਵਾਦੀ ਕਹਿ ਕੇ ਪਤਾ ਨਹੀਂ ਹੋਰ ਕਿੰਨੇ ਕੁ ਕਿਲੇ ਵਿੱਚ ਕੈਦ ਕੀਤੇ ਸਨ ਵਿਚਾਰੇ, ਸਾਰੀ ਉਮਰ ਸੜਨ ਵਾਸਤੇ, ਮਰਨ ਵਾਸਤੇ, ਜਿਨ੍ਹਾਂ ਨੂੰ ਕ੍ਰਾਂਤੀਕਾਰੀ ਕਹਿ ਸਕਦੇ ਹਾਂ। ਫਿਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਰਾਜੇ ਤੇ ਛਡਾ ਲਿਆ ਤੇ ਅਸੀਂ ਕਿੱਧਰ ਜਾਈਏ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਵੀ ਨਾਲ। ਇਤਿਹਾਸਕਾਰਾਂ ਨੇ ਲਿਖਿਆ ਵੀ 7000 ਬੰਦਾ ਮਹਾਰਾਜ ਨੇ ਛਡਾਇਆ ਉੱਥੋਂ, ਇਕੱਲੇ 52 ਰਾਜੇ ਨਹੀਂ। 52 ਰਾਜੇ ਤੇ ਮੁਖੀ ਹੋ ਗਏ ਨਾ, ਵੱਡੇ ਪ੍ਰਧਾਨ ਹੋ ਗਏ, ਤੇ ਵੱਡੇ ਹੋਣ ਕਰਕੇ ਉਹਨਾਂ ਦੀ ਮਸ਼ਹੂਰੀ ਹੋ ਗਈ। ਜਿਹੜੇ ਉੱਥੇ ਕ੍ਰਾਂਤੀਕਾਰੀ ਕੁਝ ਹੋਰ ਸਮੇਂ ਦੀ ਸਰਕਾਰ ਨੇ ਵੱਖ-ਵੱਖ ਇਲਾਕਿਆਂ ਦੇ ਫੜ ਕੇ ਬੱਧੇ ਸਨ, ਉਹ ਵੀ ਨਾਲ ਯਾਦ ਕਰਵਾਏ। ਸਾਰਿਆਂ ਨੂੰ ਲੈ ਕੇ ਮਹਾਰਾਜ ਦਿੱਲੀ ਆਏ। ਦਿੱਲੀ ਬਾਦਸ਼ਾਹ ਦੇ ਨਾਲ ਮਿਲਾਇਆ। ਜਿੰਨੇ ਵੈਰ ਵਿਰੋਧ ਸਨ ਮਹਾਰਾਜ ਨੇ ਵਿੱਚ ਪੈ ਕੇ ਸਾਰਿਆਂ ਦੇ ਮਿਟਾਏ, ਸਾਰਿਆਂ ਦੀਆਂ ਸਜ਼ਾ ਸਦਾ ਵਾਸਤੇ ਮਾਫ ਕਰਵਾਈਆਂ। ਜਿਹੜੇ ਰਾਜੇ ਯਾਦ ਕਰਵਾਏ, ਇਕੱਲੇ ਯਾਦ ਨਹੀਂ ਕਰਵਾਏ, ਉਹਨਾਂ ਦੇ ਰਾਜ ਵੀ ਉਹਨਾਂ ਨੂੰ ਵਾਪਸ ਦਿਵਾਏ। ਬਾਦਸ਼ਾਹ ਇਹਨਾਂ ਦੇ ਰਾਜ ਭਾਗ ਇਹਨਾਂ ਨੂੰ ਵਾਪਸ ਕਰ, ਇਹਨਾਂ ਦੀ ਖੋਈ ਹੋਈ ਸੰਪਤੀ ਇਹਨਾਂ ਨੂੰ ਵਾਪਸ ਕਰ, ਅਸੀਂ ਤੈਨੂੰ ਗਰੰਟੀ ਦਿੰਦੇ ਹਾਂ ਵੀ ਤੇਰਾ ਵਿਰੋਧ ਨਹੀਂ ਕਰਨਗੇ। ਰਾਜਿਆਂ ਨੇ ਵੀ ਹੱਥ ਜੋੜ ਕੇ ਆਖਿਆ ਵੀ ਅਸੀਂ ਗੁਰੂ ਦਾ ਬਚਨ ਮੰਨਦੇ ਹਾਂ। ਸਤਿਗੁਰਾਂ ਨੇ ਸਾਰਿਆਂ ਦੀ ਸੰਪਤੀ, ਸਾਰਿਆਂ ਦਾ ਧਨ ਤੇ ਰਾਜ ਭਾਗ ਵਾਪਸ ਕਰਵਾਏ। ਜਿਹੜੇ ਕ੍ਰਾਂਤੀਕਾਰੀ ਵੱਖ-ਵੱਖ ਥਾਵਾਂ ਤੋਂ ਫੜੇ ਉਹਨਾਂ ਦੀਆਂ ਸਜ਼ਾਵਾਂ ਮਾਫ ਕਰਵਾਈਆਂ। ਤੇ ਬਾਦਸ਼ਾਹ ਜਹਾਂਗੀਰ ਨੇ ਪੁੱਛਿਆ ਮਹਾਰਾਜ ਹੋਰ ਕੀ ਕਰੀਏ। ਸਤਿਗੁਰੂ ਕਹਿਣ ਲੱਗੇ ਆਪਣਾ ਦੀਵਾਨ ਸਾਨੂੰ ਦੇ ਦੇ, ਇਹਦੀ ਸਜ਼ਾ ਅਸੀਂ ਕਰਾਂਗੇ ਵੀ ਕੀ ਦੇਣੀ ਹੈ। ਬਾਦਸ਼ਾਹ ਨੇ ਝਾਟੀ ਚੰਦੂ ਨੂੰ ਮਹਾਰਾਜ ਦੇ ਹਵਾਲੇ ਕੀਤਾ। ਚੰਦੂ ਨੂੰ ਬੰਨ੍ਹ ਕੇ ਰੱਸੇ ਦੇ ਨਾਲ ਤੇ ਫਿਰ ਬਾਦਸ਼ਾਹ ਦੀ ਕਚਹਿਰੀ ਵਿੱਚੋਂ ਖਿੱਚ ਕੇ ਲੈ ਕੇ ਆਏ ਉਸ ਜਗ੍ਹਾ ਦੇ ਉੱਪਰ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨਿਵਾਸ ਕਰਦੇ ਸਨ। ਅੱਜ ਵੀ ਯਾਦਗਾਰ ਗੁਰੂ ਘਰ ਉੱਥੇ ਬਣਿਆ ਹੋਇਆ। ਬਾਬਾ ਬੁੱਢਾ ਸਾਹਿਬ ਜੀ ਜਦੋਂ ਰਹਿੰਦੇ ਰਹੇ, ਸਤਿਗੁਰੂ ਆਪਣੇ ਟਿਕਾਣੇ ਤੇ ਆਏ ਤੇ ਚੰਦੂ ਨੂੰ ਉੱਥੇ ਬੱਧਾ ਗਿਆ ਜਿੱਥੇ ਘੋੜੇ ਤੇ ਕੁੱਤੇ ਵਗੈਰਾ ਬੱਧੇ ਸਨ, ਰੱਸੇ ਦੇ ਨਾਲ ਉੱਥੇ ਲਿਆ ਕੇ ਬੱਧਾ। ਜਿਹੜਾ ਵੀ ਸਿੱਖ ਕੋਲੋਂ ਲੰਘਦਾ ਨਾ, ਚੰਦੂ ਦੇ ਸਿਰ ਵਿੱਚ ਜੁੱਤੀ ਮਾਰਦਾ। ਬਾਦਸ਼ਾਹ ਜਹਾਂਗੀਰ ਅਗਲੀ ਸਵੇਰ ਫਿਰ ਮਹਾਰਾਜ ਦੇ ਕੋਲ ਆਇਆ। ਕੀ ਲੈ ਕੇ ਆਇਆ? ਚੰਦੂ ਦੀ ਘਰਵਾਲੀ ਵੀ ਗ੍ਰਿਫਤਾਰ ਕੀਤੀ ਹੈ, ਪੁੱਤਰ ਤੇ ਧੀ ਵੀ ਗ੍ਰਿਫਤਾਰ ਕੀਤਾ ਬਾਦਸ਼ਾਹ ਨੇ। ਸਤਿਗੁਰੂ ਨੂੰ ਕਹਿਣ ਲੱਗਾ ਮਹਾਰਾਜ ਇਹ ਪਰਿਵਾਰ ਹੈ ਚੰਦੂ ਦਾ, ਚਾਹੋ ਤੇ ਇਹਨਾਂ ਨੂੰ ਵੀ ਲੈ ਜਾਓ, ਇਹਨਾਂ ਨੂੰ ਵੀ ਸਜ਼ਾ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਨਹੀਂ, ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਗਲਤੀ ਚੰਦੂ ਦੀ ਹੈ, ਸਜ਼ਾ ਚੰਦੂ ਨੂੰ ਮਿਲੇਗੀ। ਪਰਿਵਾਰ ਨੂੰ ਮਹਾਰਾਜ ਨੇ, ਉਹਦੀ ਘਰਵਾਲੀ ਨੂੰ, ਪੁੱਤਰ ਨੂੰ, ਧੀ ਨੂੰ ਉਸੇ ਵੇਲੇ ਯਾਦ ਕਰਵਾਇਆ ਵੀ ਇਹਨਾਂ ਨੂੰ ਕੁਝ ਨਹੀਂ ਕਹਿਣਾ। ਰਿਹਾਈ ਦਿਵਾ ਕੇ ਚੰਦੂ ਨੂੰ ਸਜ਼ਾ ਦਿਵਾ ਕੇ ਦਿੱਲੀ ਦੇ ਵਿੱਚ ਮਹਾਰਾਜ ਕਹਿੰਦੇ ਬੰਨੋ ਮੁਸ਼ਕਾਂ ਇਹਦੀਆਂ, ਚਲੋ ਇਹਨੂੰ ਲਾਹੌਰ ਲੈ ਕੇ ਚੱਲੀਏ। ਫਿਰ ਲਾਹੌਰ ਲਿਆਂਦਾ ਗਿਆ। ਲਾਹੌਰ ਦੇ ਵਿੱਚ ਲਿਆ ਕੇ ਫਿਰ ਗਲੀਆਂ ਵਿੱਚ ਘੁਮਾਇਆ ਗਿਆ, ਮੂੰਹ ਕਾਲਾ ਕਰਕੇ ਦੱਸਿਆ ਵੀ ਇਸ ਤਰ੍ਹਾਂ ਪਾਪੀਆਂ ਨੂੰ ਸਜ਼ਾ ਮਿਲਦੀ ਹੈ। ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਘੁਮਾਉਂਦੇ ਪਏ ਤੇ ਗੁਰਮੁਖੋ ਉਸ ਵੇਲੇ ਉਹ ਜਿਹੜਾ ਪੜਪੁੰਜਾ ਸੀ ਨਾ ਇਤਿਹਾਸ ਵਿੱਚ, ਉਹਦਾ ਨਾਮ ਆਇਆ ਵੀ ਉਹ ਮਹਾਰਾਜ ਦੇ ਸੀਸ ਦੇ ਉੱਪਰ ਤੱਤੀ ਰੇਤਾ ਕੜਛੇ ਭਰ ਕੇ ਪਾਉਂਦਾ ਸੀ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ, ਉਹਨੇ ਉਹ ਕੜਛਾ ਆਪਣੇ ਘਰ ਵਿੱਚ ਸਾਂਭ ਕੇ ਰੱਖਿਆ ਸੀ ਤੇ ਦਿਨੋਂ ਰਾਤ ਉਹ ਰੋਂਦਾ ਸੀ ਵੀ ਮੇਰੇ ਕੋਲੋਂ ਚੰਦੂ ਨੇ ਪਾਪ ਕਰਵਾਇਆ, ਮੈਂ ਤੇ ਪਾਪੀ ਬਣ ਗਿਆ, ਮੈਨੂੰ ਤਾਂ ਹੁਣ ਕਿਤੇ ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਣੀ ਹੈ।
ਤੇ ਜਦੋਂ ਉਹਨੂੰ ਖਬਰ ਮਿਲੀ ਨਾ ਵੀ ਮੇਰੀ ਗਲੀ ਵਿੱਚੋਂ ਦੁਸ਼ਟ ਪਾਪੀ ਨੂੰ ਬੰਨ੍ਹ ਕੇ ਮਹਾਰਾਜ ਲੈ ਕੇ ਜਾਂਦੇ ਪਏ, ਉਹਨੇ ਗੁਰਮੁਖੋ ਉਹੀ ਕੜਛਾ ਚੁੱਕਿਆ ਜਿਹਦੇ ਨਾਲ ਰੇਤਾ ਪਾਉਂਦਾ ਸੀ ਸਤਿਗੁਰਾਂ ਦੇ ਸੀਸ ਵਿੱਚ। ਜਦੋਂ ਚੰਦੂ ਉਹਦੇ ਦਰਵਾਜ਼ੇ ਤੋਂ, ਉਹਦੇ ਘਰ ਤੋਂ ਗਲੀ ਵਿੱਚੋਂ ਅੱਗੇ ਲੰਘਣ ਲੱਗਾ, ਉਹਨੇ ਬੜੇ ਗੁੱਸੇ ਦੇ ਨਾਲ ਆ ਕੇ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰਿਆ ਤੇ ਕਹਿਣ ਲੱਗੇ ਦੁਹਾਣੇ ਦੇ ਵਾਂਗ ਸਿਰ ਦੀ ਮਿੱਝ ਖਿੱਲਰ ਗਈ ਸਾਰੀ ਗਲੀ ਦੇ ਵਿੱਚ। ਤੇ ਚੰਦੂ ਦੀਵਾਨ ਜਿਹੜਾ ਉਸ ਵੇਲੇ ਨਰਕਾਂ ਨੂੰ ਤੁਰ ਗਿਆ, ਲਾਹੌਰ ਦੇ ਵਿੱਚ ਮੌਤ ਹੋਈ ਤੇ ਸਤਿਗੁਰੂ ਪਾਤਸ਼ਾਹ ਸਾਰਾ ਕੌਤਕ ਕਰਕੇ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਆਏ। ਅੰਮ੍ਰਿਤਸਰ ਦੇ ਲੋਕਾਂ ਨੇ ਸਤਿਗੁਰਾਂ ਨੂੰ ਆਇਆ ਵੇਖ ਕੇ ਫਿਰ ਘਿਓ ਦੇ ਜਿਹੜੇ ਗੁਰਮੁਖੋ ਦੀਵੇ ਜਗਾ ਕੇ ਦੀਪਮਾਲਾ ਕਰਕੇ ਉਸ ਵੇਲੇ ਇਹ ਖੁਸ਼ੀਆਂ ਮਨਾਈਆਂ ਵੀ ਸਤਿਗੁਰੂ ਪਾਤਸ਼ਾਹ ਆਏ ਨੇ। ਹਿੰਦੁਸਤਾਨ ਦੀ ਸਾਰੀ ਧਰਤੀ ਤੇ ਦੀਵਾਲੀ ਮਨਾਉਣ ਦਾ ਜਿਹੜਾ ਪੁਰਬ ਹੈ ਨਾ, ਇਹ ਤਿਉਹਾਰ ਹੈ, ਇਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਤੋਂ ਪ੍ਰਚਲਿਤ ਹੋਇਆ, ਮਸ਼ਹੂਰ ਹੋਇਆ। ਉਹਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਨਾ ਭਗਵਾਨ ਰਾਮਚੰਦਰ ਜੀਆਂ ਨੇ ਰਾਵਣ ਨੂੰ ਮਾਰਿਆ ਤੇ ਅਯੁੱਧਿਆ ਨਗਰੀ ਪਹੁੰਚੇ, ਬਿਲਕੁਲ ਠੀਕ ਹੈ। ਅਯੁੱਧਿਆ ਨਗਰੀ ਆਏ, ਅਯੁੱਧਿਆ ਦੇ ਲੋਕਾਂ ਨੇ ਆਪਣਾ ਰਾਜਾ ਆਇਆ ਵੇਖ ਕੇ ਦੀਪਮਾਲਾ ਕੀਤੀ ਹੈ, ਬੜੀਆਂ ਖੁਸ਼ੀਆਂ ਮਨਾਈਆਂ। ਪਰ ਸਾਰੇ ਹਿੰਦੁਸਤਾਨ ਨੇ ਇਸ ਖੁਸ਼ੀ ਵਿੱਚ ਸ਼ਾਮਲ ਹੋ ਕੇ ਕੀ ਲੈਣਾ ਹੈ, ਕਿਉਂਕਿ ਭਗਵਾਨ ਰਾਮਚੰਦਰ ਜੀ ਅਯੁੱਧਿਆ ਦੇ ਅਤੇ ਕੁਝ ਇਲਾਕੇ ਦੇ ਰਾਜੇ, ਉਹਨਾਂ ਨੇ ਖੁਸ਼ੀਆਂ ਮਨਾਈਆਂ। ਪਰ ਪੂਰੇ ਹਿੰਦੁਸਤਾਨ ਦੇ ਵਿੱਚ ਦੀਵਾਲੀ ਮਨਾਉਣ ਦਾ ਜਿਹੜਾ ਕਾਰਨ ਹੈ, ਮਹਾਰਾਜ ਨੇ ਜਿਹੜੇ 52 ਰਾਜੇ ਛਡਾਏ ਸਨ ਨਾ ਗੁਰਮੁਖੋ, ਉਹ ਇੱਕ ਰਾਜ ਦੇ ਨਹੀਂ ਸਨ, ਵੱਖ-ਵੱਖ ਇਲਾਕਿਆਂ ਦੇ ਰਾਜੇ ਸਨ। ਜਦੋਂ ਉਹ ਰਾਜੇ ਆਪੋ ਆਪਣੇ ਦੇਸ਼ਾਂ ਨੂੰ ਗਏ, ਉਹਨਾਂ ਦੇ ਦੇਸ਼ਾਂ ਦੇ ਵਿੱਚ, ਉਹਨਾਂ ਦੀ ਰਿਆਸਤਾਂ ਵਿੱਚ ਸਾਰੇ ਲੋਕਾਂ ਨੇ ਦੀਵੇ ਜਗਾ ਕੇ ਉਹਨਾਂ ਦੀ ਆਰਤੀ ਉਤਾਰੀ। ਜਿਹੜੇ ਮਹਾਰਾਜ ਨੇ ਹੋਰ ਕ੍ਰਾਂਤੀਕਾਰੀ ਛਡਾਏ ਸਨ, ਜਿਨ੍ਹਾਂ ਦੀ ਗਿਣਤੀ ਕੁਝ 7000 ਤੋਂ ਵੱਧ ਦੱਸੀ ਜਾਂਦੀ ਹੈ, ਜਦੋਂ ਉਹ ਕ੍ਰਾਂਤੀਕਾਰੀ ਕਿਸੇ ਕੌਮ ਦਾ ਭਲਾ ਕਰਨ ਵਾਸਤੇ ਕੋਈ ਜੇਲ੍ਹ ਕੱਟਦਾ ਹੈ, ਕੋਈ ਤਸੀਹਾ ਸਹਿੰਦਾ, ਤੇ ਉਹਦੇ ਮਨ ਦਾ ਉਹਦੇ ਪ੍ਰਤੀ ਸਤਿਕਾਰ ਸਾਰਿਆਂ ਦੇ ਮਨ ਵਿੱਚ ਬਣ ਜਾਂਦਾ ਹੈ। ਤੇ ਕਹਿਣ ਲੱਗੇ ਜਦੋਂ ਉਹ ਸਤਿਕਾਰਯੋਗ ਵਿਅਕਤੀ ਕਿਲੇ ਵਿੱਚੋਂ ਰਿਹਾ ਹੋ ਕੇ ਆਪੋ ਆਪਣੀਆਂ ਟਿਕਾਣਿਆਂ ਤੇ ਪਹੁੰਚੇ, ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੇ ਗਏ, ਉਹਨਾਂ ਦੇ ਆਉਣ ਦੀ ਖੁਸ਼ੀ ਉਹਨਾਂ ਦੇ ਪਰਿਵਾਰਾਂ ਨੇ ਮਨਾਈ ਹੈ, ਉਹਨਾਂ ਦੇ ਰਿਸ਼ਤੇਦਾਰਾਂ ਨੇ ਮਨਾਈ ਹੈ, ਉਹਨਾਂ ਦੀਆਂ ਲੋਕਾਂ ਨੇ, ਉਹਨਾਂ ਦੇ ਜਿਹੜੇ ਹੋਰ ਕੋਈ ਜਾਣ ਪਛਾਣ ਵਾਲੇ ਸਨ ਜਾਂ ਉਹਨਾਂ ਦੇ ਕੰਮ ਵਿੱਚ ਜਿਹੜੇ ਮਦਦ ਕਰਨ ਵਾਲੇ ਸਨ ਆਪਣੇ ਹੱਕ ਵਾਸਤੇ ਲੜਨ ਵਾਸਤੇ, ਉਹਨਾਂ ਸਾਰਿਆਂ ਨੇ ਇਸ ਦਿਨ ਨੂੰ ਖੁਸ਼ੀ ਦੇ ਰੂਪ ਦੇ ਵਿੱਚ ਦੀਵਾ ਬਾਲ ਕੇ ਰੌਸ਼ਨੀ ਕਰਕੇ ਵੀ ਅੱਜ ਸਾਡੇ ਜੀਵਨ ਵਿੱਚ ਰੌਸ਼ਨੀ ਆਈ ਹੈ, ਅੱਜ ਸਾਡੇ ਜੀਵਨ ਵਿੱਚ ਇਹ ਦਾਤ ਮਿਲੀ ਹੈ। ਸਾਰਿਆਂ ਲੋਕਾਂ ਨੇ ਉਹ ਖੁਸ਼ੀ ਮਨਾਈ ਤੇ ਕਹਿਣ ਲੱਗੇ ਉਹ ਖੁਸ਼ੀ ਦਾ ਤਿਉਹਾਰ ਜਿਹੜਾ ਹੈ ਨਾ, ਇਹ ਬੰਦੀ ਛੋੜ ਦਿਵਸ ਫਿਰ ਸਾਰੇ ਹਿੰਦੁਸਤਾਨ 'ਤੇ ਮਨਾਇਆ ਗਿਆ। ਸਾਰੇ ਹਿੰਦੁਸਤਾਨ ਦੇ ਵਿੱਚ ਦੀਵਾਲੀ ਮਨਾਉਣ ਦਾ ਵੱਡਾ ਕਾਰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਉਹ ਰਾਜੇ ਛਡਵਾਉਣੇ ਤੇ ਕਿਲੇ ਵਿੱਚ ਉਹਨਾਂ ਲੋਕਾਂ ਨੂੰ ਯਾਦ ਕਰਵਾਉਣਾ ਹੈ। ਇਸ ਤਰ੍ਹਾਂ ਅੱਜ ਦੇ ਦਿਨ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਐਸਾ ਕੌਤਕ ਕਰਕੇ ਜਿਹੜੇ ਸਨ ਉਹ ਪਹੁੰਚੇ ਸਨ। ਸੋ ਅੰਮ੍ਰਿਤਸਰ ਦੀ ਧਰਤੀ 'ਤੇ ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੇਤ ਕਰੇ ਪਰ ਬੀਨਾ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਊਡੀਨਾ, ਗੁਰਮੁਖ ਮਨ ਅਪਤੀਜ ਪਤੀਨਾ। ਭਾਈ ਗੁਰਦਾਸ ਜੀ ਨੇ ਲਿਖਿਆ ਸਤਿਗੁਰੂ ਬੰਦੀ ਛੋੜ ਨੇ, ਭਾਈ ਬੰਧਨਾਂ ਵਿੱਚੋਂ ਛੁਡਾਉਣ ਵਾਲੇ। ਤੇ ਮਹਾਰਾਜ ਇਕੱਲੇ ਇਹ ਰਾਜਿਆਂ ਨੂੰ ਛੁਡਾਉਣ ਵਾਲੇ ਨਹੀਂ, ਮਹਾਰਾਜ ਜੀਵਨ ਮੁਕਤ ਕਰਨ ਵਾਲੇ ਨੇ, ਜੀਵਨ ਵਿੱਚੋਂ ਵੀ ਛੁਡਾਉਣ ਵਾਲੇ ਨੇ, ਸੰਸਾਰ ਵਿੱਚੋਂ ਜਮਾਂ ਤੋਂ ਵੀ ਛੁਡਾਉਣ ਵਾਲੇ ਐਸੇ ਸਮਰੱਥ ਸਤਿਗੁਰੂ ਪਾਤਸ਼ਾਹ ਮਹਾਰਾਜ ਹਨ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਆਪ ਮੁਕਤ ਅਵਰਾ ਮੁਕਤ ਕਰਾਵੈ। ਮਹਾਰਾਜ ਆਪ ਮੁਕਤ ਨੇ, ਹੋਰਾਂ ਨੂੰ ਮੁਕਤ ਕਰਦੇ। ਜਿਵੇਂ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤੀ ਦਵਾਈ ਹੈ, ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਹੈ ਨਾ ਗੁਰਮੁਖੋ, ਇਹਦੇ ਵਿੱਚੋਂ ਵੀ ਮਹਾਰਾਜ ਮੁਕਤੀ ਕਰਾਉਣ ਵਾਲੇ ਹਨ। ਹਰ ਨਾਮ ਜਪੈ ਹਰ ਤੇ ਸੁਖ ਪਾਵੈ, ਜਿਹੜੇ ਨਾਮ ਜਪਦੇ ਹੋ ਪਰਮਾਤਮਾ ਕੋਲੋਂ ਸੁਖ ਪਾਉਂਦੇ ਹਨ। ਬਿਨ ਸਤਿਗੁਰ ਸਭ ਮੋਏ ਬਿਲਾਏ, ਸਤਿਗੁਰਾਂ ਤੋਂ ਬਿਨਾਂ ਸਾਰੀ ਦੁਨੀਆ ਜਿਹੜੀ ਆ ਰੋ ਰੋ ਕਰਕੇ ਰੋਂਦੀ ਪਈ ਹੈ, ਦੁਖੀ ਹੁੰਦੀ ਪਈ, ਵਿਰਲਾਪ ਕਰਦੀ ਹੈ। ਅਨੰਦ ਹਜ ਹੈ ਸ਼ਾਂਤ ਨਾ ਪਾਏ, ਦਿਨੇ ਰਾਤ ਇਹ ਲੋਕ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਪਏ, ਕਿਸੇ ਨੂੰ ਸ਼ਾਂਤੀ ਨਹੀਂ ਹੈ। ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ, ਸਤਿਗੁਰੂ ਜਿਨ੍ਹਾਂ ਨੂੰ ਮਿਲ ਪੈਣ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਬੁੱਝ ਜਾਂਦੀ ਹੈ। ਨਾਨਕ ਨਾਮ ਸ਼ਾਂਤ ਸੁਖ ਪਾਏ, ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਨਾਮ ਜਪਣ ਵਾਲਿਆਂ ਨੇ ਮਨ ਦੀ ਸ਼ਾਂਤੀ ਤੇ ਸੁਖ ਨੂੰ ਪ੍ਰਾਪਤ ਕੀਤਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਗੁਰੂ ਰਹਿਮਤ ਕਰੇ। ਬੰਦੀ ਛੋੜ ਦਿਵਸ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਰਹਿਮਤ ਕਰਨ। ਜਿਸ ਤਰ੍ਹਾਂ ਦੀਵਾ ਪ੍ਰਕਾਸ਼ ਕਰਦਾ ਹੈ ਸਾਡੇ ਘਰਾਂ ਦੇ ਅੰਦਰ, ਸਾਡੇ ਪਰਿਵਾਰ ਦੇ ਅੰਦਰ, ਸਾਡੇ ਜੀਵਨ ਦੇ ਅੰਦਰ, ਇਸੇ ਤਰ੍ਹਾਂ ਮਹਾਰਾਜ ਰੋਸ਼ਨੀ ਤੇ ਪ੍ਰਕਾਸ਼ ਬਖਸ਼ਿਸ਼
ਬਖਸ਼ ਕਰਨ। ਦਿਓ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸਿਓ ਮੇਲ। ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਢ